ਹਾਂ, ਸਵਾਗਤ ਜੀ ਆਇਆਂ ਨੂੰ, ਖੁਸ਼ ਆਮਦੀਦ। ਤੁਸੀਂ ਦੇਖ ਰਹੇ ਹੋ ਵਰਲਡ ਮੀਡੀਆ USA ਤੇ ਮੈਂ ਸੁਰਿੰਦਰ ਮਚਾਕੀ ਲੈ ਕੇ ਹਾਜ਼ਰ ਹਾਂ ਭਖਦੇ ਮਸਲਿਆਂ ਤੇ ਟਾਕ ਸ਼ੋ। ਅੱਜ ਦੀ ਗੱਲ ਦੋਸਤੋ, ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੋਂ ਜੇਤੂ ਹੋ ਕੇ ਘਰ ਵਾਪਸ ਆ ਚੁੱਕਿਆ ਔਰ ਕਿਸਾਨ ਆਗੂਆਂ ਦਾ ਥਾਂ ਥਾਂ ਦੇ ਉੱਤੇ ਭਰਵਾਂ ਸਵਾਗਤ ਹੋ ਰਿਹਾ, ਜੀ ਆਇਆਂ ਕਿਹਾ ਜਾ ਰਿਹਾ। ਔਰ ਇਸ ਦੇ ਦਰਮਿਆਨ ਕੁਝ ਸਵਾਲ ਖੜੇ ਹੋ ਰਹੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ। ਸਵਾਲ ਇਹ ਨੇ ਕਿ ਕਿਸਾਨ ਅੰਦੋਲਨ ਜਿਹੜੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਉਹਨਾਂ ਮੰਗਾਂ ਦੇ ਉੱਤੇ ਜਿਨ੍ਹਾਂ ਚੋਂ 3 ਖੇਤੀ ਕਾਨੂੰਨ ਰੱਦ ਕਰਾਉਣੇ ਸਰਕਾਰ ਮੰਨ ਚੁੱਕੀ ਹੈ, ਨੋਟੀਫਿਕੇਸ਼ਨ ਹੋ ਗਿਆ। MSP ਦੇ ਮਾਮਲੇ ਦੇ ਉੱਤੇ ਕਮੇਟੀ ਬਣਾਉਣ ਦੀ ਗੱਲ ਵੀ ਸਰਕਾਰ ਨੇ ਮੰਨ ਲਈ ਹੈ ਔਰ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ਾਮਲ ਕਰਨ ਦੀ ਗੱਲ ਵੀ ਮੰਨ ਲਈ ਹੈ। ਇਸੇ ਤਰ੍ਹਾਂ ਮੁਕੱਦਮੇ ਜਿਹੜੇ ਇਸ ਘੋਲ ਦੇ ਦਰਮਿਆਨ 50 ਤੋਂ 60,000 ਦਰਜ ਹੋਏ ਸੀ, ਉਹਨਾਂ ਦੇ ਵਾਪਸੀ ਦੀ ਪ੍ਰਕਿਰਿਆ ਵੀ ਕਰਨ ਵਾਸਤੇ ਹਦਾਇਤਾਂ ਜਾਰੀ ਹੋ ਚੁੱਕੀਆਂ ਨੇ। ਮੁਆਵਜ਼ੇ ਦੀ ਗੱਲ ਵੀ ਹੋ ਚੁੱਕੀ ਹੈ। ਲਖਮੀਰਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ, ਉਹਦੇ ਉੱਤੇ ਵੀ ਕਾਰਵਾਈ ਆਪਣੇ ਹਿਸਾਬ ਨਾਲ ਚੱਲ ਰਹੀ ਹੈ। ਇਹਦੇ ਦਰਮਿਆਨ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਕਿਸਾਨ ਅੰਦੋਲਨ ਦਾ ਅਗਲਾ ਪੜਾਅ ਕੀ ਹੋਏਗਾ। ਕੀ ਕਿਸਾਨ ਅੰਦੋਲਨ ਇਸ ਘੋਲ ਦੀ ਪ੍ਰਾਪਤੀ ਤੋਂ ਬਾਅਦ ਚੁੱਪ ਕਰਕੇ ਘਰ ਬੈਠ ਜਾਏਗਾ, ਜਾਂ ਕਿਸਾਨਾਂ ਤੇ ਖੇਤੀ ਨਾਲ ਜੁੜੇ ਮੂਲ ਜਿਹੜੇ ਮੁੱਢਲੇ ਮਸਲੇ ਨੇ ਉਹਨਾਂ ਦੇ ਉੱਤੇ ਆਪਣੀ ਲਾਮਬੰਦੀ, ਆਪਣੇ ਸੰਘਰਸ਼ ਜਾਰੀ ਰੱਖੇਗਾ। ਤੇ ਇਸ ਤੋਂ ਇਲਾਵਾ ਜਦੋਂ ਅਸੀਂ ਪੰਜਾਬ ਦੇ ਵਿੱਚ ਝਾਤੀ ਮਾਰਦੇ ਹਾਂ, ਪਿੰਡਾਂ ਦੇ ਵਿੱਚ ਜੋ ਮਸਲੇ ਨੇ, ਤਰ੍ਹਾਂ ਤਰ੍ਹਾਂ ਦੇ ਮਸਲੇ ਨੇ, ਕਿਸਾਨਾਂ ਦੇ ਆਪਸੀ ਮਸਲੇ ਨੇ, ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਨੇ, ਬਹੁਤ ਸਾਰੇ ਇਹੋ ਜਿਹੇ ਹੋਰ ਮਸਲੇ ਨੇ। ਉਹਨਾਂ ਦੇ ਉੱਤੇ ਕਿਸਾਨ ਅੰਦੋਲਨ ਹੁਣ ਕੀ ਅਗਲੀ ਰਣਨੀਤੀ ਉਲੀਕ ਕੇ ਕੋਈ ਕੋਸ਼ਿਸ਼ ਆਰੰਭੇਗਾ, ਕੋਈ ਯਤਨ ਆਰੰਭੇਗਾ। ਇਹਨਾਂ ਸਾਰੇ ਸਵਾਲਾਂ ਦੇ ਉੱਤੇ ਅੱਜ ਚਰਚਾ ਕਰਨ ਲਈ ਸਾਡੇ ਨਾਲ ਰਜਿੰਦਰਦੀਪ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਾਮਲ ਹੋਏ ਨੇ, ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਨੇ, ਤੇ ਖੇਤ ਮਜ਼ਦੂਰਾਂ ਦੇ ਵਿੱਚੋਂ ਤਰਸੇਮ ਪੀਟਰ ਜੀ ਨੇ। ਬਿਨਾਂ ਕੋਈ ਹੋਰ ਵਕਤ ਲਿਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਇਆ ਕਹਿੰਦੇ ਹਾਂ, ਖੁਸ਼ ਆਮਦੀਦ ਕਹਿੰਦੇ ਹਾਂ। ਸਵਾਗਤ ਰਜਿੰਦਰ ਜੀ। ਸ਼ੁਕਰੀਆ ਸੁਰਿੰਦਰ ਮਚਾਕੀ, ਬਹੁਤ ਬਹੁਤ ਰਜਿੰਦਰ ਜੀ, ਸਭ ਤੋਂ ਪਹਿਲਾਂ ਵਰਲਡ ਮੀਡੀਆ USA ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਜੋ ਨਿਸ਼ਾਨੇ ਲੈ ਕੇ ਤੁਰੇ ਸੀ ਘਰੋਂ, ਉਹ ਨਿਸ਼ਾਨੇ ਅਚੀਵ ਕਰਕੇ ਦਿੱਲੀ ਦੀਆਂ ਬਰੂਹਾਂ ਤੋਂ ਮੁੜੇ ਹੋ, ਦਿੱਲੀ ਦੀਆਂ ਬਰੂਹਾਂ ਤੇ ਜਿੱਤ ਦਾ ਪਰਚਮ ਚੜਾ ਕੇ ਮੁੜੇ ਹੋ। ਤੁਹਾਡਾ ਧੰਨਵਾਦ ਵੀ, ਸਵਾਗਤ ਵੀ, ਜੀ ਆਇਆਂ ਵੀ ਤੇ ਵਧਾਈ ਵੀ। ਤੁਸੀਂ ਹੁਣ ਇੱਕ ਪੜਾਅ ਤੈਅ ਕਰ ਲਿਆ, ਮੈਂ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਇੱਕ ਪੜਾਅ ਤੁਸੀਂ ਤੈਅ ਕਰ ਲਿਆ, ਤੇ ਕਿਸਾਨ ਅੰਦੋਲਨ ਦਾ ਅਗਲਾ ਪੜਾਅ ਤੁਸੀਂ ਕੀ ਦੇਖਦੇ ਹੋ? ਸੁਰਿੰਦਰ ਜੀ, ਇੱਕ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ, ਸਾਰੇ ਮੀਡੀਆ ਕਰਮੀਆਂ ਦਾ, ਉਹਨਾਂ ਸਾਰੇ ਮੀਡੀਆ ਹਾਊਸਸ ਦਾ ਜਿਨ੍ਹਾਂ ਨੇ ਲਗਾਤਾਰ ਕਿਸਾਨ ਅੰਦੋਲਨ ਦੀ ਜਿਹੜੀ ਆਵਾਜ਼ ਸੀ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ। ਦੂਸਰਾ, ਜਿਹੜਾ ਇਸ ਮਾਮਲੇ ਤੇ ਅਗਲੇ ਪੜਾਅ ਦਾ ਗੱਲ ਤੁਸੀਂ ਕੀਤੀ ਆ, ਇੱਕ ਤਾਂ MSP ਨੂੰ ਜਿਹੜਾ ਉਹਦਾ ਕਾਨੂੰਨੀ ਜਾਮਾ ਪਰਾਉਣਾ ਔਰ ਕਿਸਾਨ ਦੀ ਜਿਹੜੀ ਸਮੁੱਚੀ ਪੈਦਾਵਾਰ ਆ ਉਹਦੀ ਖਰੀਦੀ ਗਰੰਟੀ ਕਰਵਾਉਣਾ, ਜਿਹੜਾ ਇਸ ਅੰਦੋਲਨ ਦਾ ਅਗਲਾ ਪੜਾਅ ਹੋਊਗਾ। ਤੇ ਪਰ ਇਹਦੇ ਵਿੱਚ ਕਈ ਪੇਚ ਨੇ ਜਿੰਦੇ ਤੇ ਹਜੇ ਬੜੀ ਥੋਰਲੀ ਚਰਚਾ ਕਰਨ ਦੀ ਜ਼ਰੂਰਤ ਆ, ਕਿਉਂਕਿ ਅਸੀਂ ਸਮੁੱਚੇ ਅੰਦੋਲਨ ਦੌਰਾਨ ਇਹ ਕਹਿੰਦੇ ਰਹੇ ਕਿ ਜਿਹੜੀ ਖੇਤੀ ਆ ਉਹ ਰਾਜਾਂ ਦਾ ਵਿਸ਼ਾ ਹੈਗਾ, ਇਸ ਕਰਕੇ ਕੇਂਦਰ ਨੂੰ ਇੱਥੇ ਕਾਨੂੰਨ ਬਣਾਉਣ ਦਾ ਜਿਹੜਾ ਕੋਈ ਅਧਿਕਾਰ ਨਹੀਂ ਹੈਗਾ। ਇਸ ਕਰਕੇ ਹੁਣ ਜਦੋਂ MSP ਦੇ ਉੱਪਰ ਵੀ ਚਰਚਾ ਕਰਾਂਗੇ ਵੀ ਇਹਦੇ 'ਚ ਰਾਜਾਂ ਦਾ ਕੀ ਕੀ ਬਣਦਾ ਔਰ ਕੇਂਦਰ ਦਾ ਕੀ ਕੀ ਬਣਦਾ ਹੈਗਾ, ਕਿਉਂਕਿ ਕੇਰਲਾ ਦੀ ਸਰਕਾਰ ਨੇ ਪਿਛਲੇ ਸਾਲ ਹੀ 16 ਫਲਾਂ ਤੇ ਸਬਜ਼ੀਆਂ ਦਾ ਜਿਹੜਾ MSP ਆ ਤੈਅ ਕੀਤਾ ਹੈਗਾ, ਔਰ ਬਿਨਾਂ APMC ਮਾਰਕੀਟ ਹੁੰਦਿਆਂ ਉਹਨਾਂ ਨੇ 2630 ਰੁਪਏ ਕੁਆਂਟਲ ਜਿਹੜਾ ਕਣਕ ਖਰੀਦੀ ਔਰ 2650 ਰੁਪਏ ਕੁਆਂਟਲ ਜਿਹੜਾ ਝੋਨਾ ਖਰੀਦਿਆ। ਲਗਭਗ 750 ਤੋਂ ਉੱਪਰ ਜਿਹੜਾ ਸੀਗਾ ਰੇਟ ਸਰਕਾਰ, ਕੇਂਦਰ ਸਰਕਾਰ ਦੇ MSP ਤੋਂ ਜਿਹੜਾ ਉਹ ਵੱਧ ਦਿੱਤਾ ਹੈਗਾ। ਤੋ ਇਸ ਕਰਕੇ ਜਿਹੜਾ ਰਾਜ ਸਰਕਾਰਾਂ ਦਾ ਇਹਦੇ ਤੇ ਜ਼ਿੰਮੇਵਾਰੀ ਬਣਦੀ ਆ, ਉਹਦੇ ਤੋਂ ਬਰੀ ਨਹੀਂ ਕੀਤਾ ਜਾ ਸਕਦਾ ਗਾ। ਮੈਂ ਇਹਦੇ ਤੇ
ਪੰਜਾਬ ਦੀ ਇੱਕ ਉਦਾਹਰਨ ਦੇਣੀ ਚਾਹੂੰਗਾ। 1960-61 ਦੇ ਵਿੱਚ ਪੰਜਾਬ ਦੇ ਵਿੱਚ ਜੀ 22,65,000 ਏਕੜ ਦੇ ਉੱਪਰ ਦਾਲਾਂ ਦੀ ਖੇਤੀ ਹੁੰਦੀ ਸੀ, ਜਿੰਦੀ ਜੋ ਪੈਦਾਵਾਰ ਦੇ ਰੂਪ ਚ ਜੀ 7 ਲੱਖ ਤੇ 26,000 ਟਨ ਬਣਦੀ ਸੀ। ਅੱਜ ਜੀ ਉਹ 1960-61 ਦੇ 22 ਲੱਖ ਤੇ 65,000 ਕਿੱਲੇ ਤੋਂ ਘਟ ਕੇ ਅੱਜ 2019-20 ਦੇ ਵਿੱਚ ਸਿਰਫ 50,000 ਏਕੜ ਦੇ ਕਰੀਬ ਸਾਡੇ ਦਾਲਾਂ ਦੀ ਖੇਤੀ ਜਿਹੜੀ ਉਹ ਹੋ ਰਹੀ ਹੈ। ਤੋਂ ਪੰਜਾਬ 'ਚ ਜਿਹੜੀ ਜੀ ਦਾਲ ਦੀ ਖਪਤ ਆ ਉਹ 6 ਲੱਖ ਟਨ ਤੇ ਪੈਦਾ ਸਿਰਫ 35,000 ਟਨ ਹੋ ਰਹੀ ਹੈ। ਯਾਨੀ ਕਿ ਪੰਜਾਬ ਆਪਣੀ ਜਿਹੜੀ ਜਿੰਨੀ ਉਹਨੂੰ ਲੋੜ ਆ ਸਿਰਫ 6% ਪੈਦਾ ਕਰ ਰਿਹਾ, 94% ਉਹ ਬਾਹਰੋਂ ਲੈ ਰਿਹਾ। ਤੋਂ ਪੰਜਾਬ ਜਿਹੜੀ ਦਾਲ ਖਾਂਦਾ ਉਹ ਬਾਹਰੋਂ 94% ਕਿਉਂ ਲੈ ਰਿਹਾ ਹੈਗਾ? ਪੰਜਾਬ ਦੇ ਵਿੱਚ ਦਾਲਾਂ ਦੀ ਖੇਤੀ ਦੇ ਹੇਠ ਰਕਬਾ ਜਿਹੜਾ ਵਧਣਾ ਚਾਹੀਦਾ। ਮਸਲਨ ਮੰਨ ਲਓ ਅੱਜ 20,000 ਏਕੜ 20 ਲੱਖ ਏਕੜ ਦੁਬਾਰਾ ਪੰਜਾਬ ਦਾ ਦਾਲਾਂ ਹੇਠ ਆ ਜੇ ਤਾਂ 5 ਲੱਖ ਟਿਊਬਵੈਲ ਜਿਹੜੇ ਆ ਉਹ ਪਾਣੀ ਕੱਢਣਾ ਲਗਭਗ ਬੰਦ ਕਰ ਦੇਣਗੇ ਜਾਂ ਬਹੁਤ ਘੱਟ ਕਰ ਦੇਣਗੇ। ਇੱਕ ਤਾਂ ਪਾਣੀ ਦਾ ਜਿਹੜਾ ਸੰਕਟ ਹੈਗਾ ਸਾਡਾ, ਜ਼ਮੀਨੀ ਪੱਧਰ ਤੇ ਪਾਣੀ ਹੇਠਾਂ ਜਾ ਰਿਹਾ, ਉਹ ਪਾਣੀ ਦਾ ਸੰਕਟ ਬਚੂਗਾ। ਦੂਸਰਾ, ਪੰਜਾਬ ਦੇ ਵਿੱਚ ਦਾਲਾਂ ਦੀ ਖੇਤੀ ਵਧੂਗੀ। ਤੀਸਰਾ ਵੀ ਜਿਹੜਾ ਆਮ ਲੋਕਾਂ ਨੂੰ ਦਾਲ ਵਾਜਬ ਰੇਟ ਤੇ ਮਿਲੂਗੀ ਔਰ ਕਿਸਾਨ ਨੂੰ ਉਹਦਾ MSP ਮਿਲੂਗਾ। ਇਹ ਸੂਬਾ ਸਰਕਾਰ ਦੇ ਕਰਨ ਵਾਲਾ ਕੰਮ ਆ। ਸੂਬਾ ਸਰਕਾਰ ਨੂੰ ਇਹ ਕੰਮ ਤਾਂ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਹੈਗਾ। ਚੌਲ ਜਿਹੜਾ ਅਸੀਂ ਖਾਂਦੇ ਨਹੀਂ ਉਹ ਇੰਨਾ ਪੈਦਾ ਕਰ ਰਹੇ ਆ, ਦਾਲ ਜਿਹੜੀ ਖਾਂਦੇ ਉਹ ਬਾਹਰੋਂ ਮੰਗਾ ਰਹੇ ਆ। ਇੱਕ ਅਜੀਬ ਕਿਸਮ ਦੀ ਇਹ ਖੇਤੀ ਨੀਤੀ ਹੈਗੀ ਆ, ਜਿੰਦੇ ਚ ਕਿਉਂਕਿ ਖੇਤੀ ਨੀਤੀ ਹਮੇਸ਼ਾ ਜਦੋਂ ਵੀ ਬਣਾਈ ਜਾਵੇ ਉਹਦੇ ਚ ਦੋ ਚੀਜ਼ਾਂ ਹਮੇਸ਼ਾ ਪਹਿਲੇ ਨੰਬਰ ਤੇ ਰੱਖੀਆਂ, ਆਧਾਰ ਹੋਣਾ ਚਾਹੀਦਾ ਖੇਤੀ ਨੀਤੀ ਦੀਆਂ: ਸਥਾਨਕ ਲੋੜਾਂ ਤੇ ਸਥਾਨਕ ਵਾਤਾਵਰਨ। ਸਾਡੀ ਖੇਤੀ ਨਾ ਤਾਂ ਸਥਾਨਕ ਵਾਤਾਵਰਨ ਨੂੰ ਸੂਟ ਕਰ ਰਹੀ ਹੈ ਤੇ ਨਾ ਸਥਾਨਕ ਲੋੜਾਂ ਦੇ ਮੁਤਾਬਕ ਹੈਗੀ ਆ। ਤੋ ਇਸ ਕਰਕੇ ਇਹ ਦੋਨੋਂ ਚੀਜ਼ਾਂ ਸਾਡੀ ਖੇਤੀ ਨੀਤੀ 'ਚ ਆਉਣੀਆਂ ਚਾਹੀਦੀਆਂ ਨੇ। ਇਸ ਕਰਕੇ MSP ਦੇ ਉੱਪਰ ਅਜੇ ਥੋਰਲੀ ਚਰਚਾ ਕਰਾਂਗੇ ਤੇ ਇਹ ਜਿਹੜਾ ਅਗਲਾ ਪੜਾਅ ਜਿਹੜਾ ਹੋਊਗਾ, ਔਰ ਇਹਦੇ 'ਚ ਸਾਰਾ ਜਿਹਨੂੰ ਐਗਰੀਕਲਚਰ ਪ੍ਰੋਡਿਊਸ ਕਹਿੰਦੇ ਆ, ਉਹਦੇ 'ਚ ਸਾਡਾ ਡੇਅਰੀ ਫਾਰਮਿੰਗ ਦਾ ਹੈਗਾ, ਪੋਲਟਰੀ ਦਾ ਹੈਗਾ, ਫਲਾਂ ਦਾ ਹੈਗਾ, ਸਬਜ਼ੀਆਂ ਦਾ ਹੈਗਾ, ਅਨਾਜ ਦੀ ਪੈਦਾਵਾਰ ਦਾ ਹੈਗਾ। ਤੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਘੇਰੇ ਵਿੱਚ ਔਰ ਖਰੀਦ ਦੀ ਗਰੰਟੀ ਦੇ ਵਿੱਚ ਜਿਹੜਾ ਆਉਣਾ ਚਾਹੀਦੀਆਂ। ਇਹਦੇ ਨਾਲ ਇੱਕ ਜੁੜੀ ਹੋਈ ਹੋਰ ਗੱਲ ਕਿ ਪੰਜਾਬ ਸਰਕਾਰ ਨੇ ਜਿਹੜਾ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰਨ ਦੀ ਗੱਲ ਕਹੀ ਸੀ, ਉਹਨੂੰ ਵੀ ਜਿਹੜਾ ਅਮਲੀ ਰੂਪ ਚ ਲਾਗੂ ਕਰਾਉਣ ਵਾਸਤੇ ਜਿਹੜਾ ਸੰਘਰਸ਼ ਅਸੀਂ ਵਿੱਢਾਂਗੇ। ਤਾਂ ਚੰਨੀ ਸਰਕਾਰ ਨੇ ਪਹਿਲਾਂ 17 ਤਰੀਕ ਦਾ ਮੀਟਿੰਗ ਦਾ ਸਮਾਂ ਦਿੱਤਾ ਸੀ, ਹੁਣ 20 ਦਾ ਦਿੱਤਾ। ਅੱਜ ਦੁਪਹਿਰ ਤੱਕ ਕਲੀਅਰ ਹੁੰਦਾ ਵੀ 20 ਨੂੰ ਕਰਦੇ ਜਾਂ 17 ਨੂੰ ਮੀਟਿੰਗ ਕਰਦੇ ਹੈਗੇ ਆ। ਤੋ ਇਹ ਜਿਹੜੇ ਸਾਡੇ ਕੁਝ ਮਾਮਲੇ ਆ ਜਿਹੜੇ ਅਗਲੇ ਪੜਾਅ ਤੇ ਅਸੀਂ ਕਿਸਾਨ ਅੰਦੋਲਨ ਨੇ ਜਿਹੜੇ ਉਹ ਲੈਣੇ ਨੇ। ਹਾਂ ਰਜਿੰਦਰ ਜੀ, ਤੁਸੀਂ ਕਿਸਾਨ ਅੰਦੋਲਨ ਦੇ MSP ਦੀ ਚਰਚਾ ਕਰਦੇ ਆ, ਮਹੱਤਵਪੂਰਨ ਮੁੱਦਾ ਉਠਾਇਆ ਕਰਜ਼ਾ ਮੁਕਤੀ ਦਾ। ਸਰਕਾਰਾਂ ਕਰਜ਼ਾ ਮੁਕਤੀ ਨਹੀਂ, ਕਰਜ਼ਾ ਰਾਹਤ ਕਹਿੰਦੀਆਂ ਨੇ। ਔਰ ਪਿਛਲੇ ਸਮੇਂ 'ਚ UPA ਦੇ ਵੇਲੇ ਵੀ ਕੋਈ 76 ਲੱਖ ਕਰੋੜ ਰੁਪਈਆ ਕਰਜ਼ੇ ਦਾ ਕਿਸਾਨਾਂ ਦਾ ਮੁਆਫ ਕੀਤਾ ਸੀ। ਪੰਜਾਬ ਸਰਕਾਰ ਨੇ ਵੀ 2 ਲੱਖ ਤੱਕ ਕੁਝ ਕਰਜ਼ਾ ਜਿਹੜਾ ਸ਼ਾਇਦ 4400 ਕਰੋੜ ਰੁਪਈਆ ਬਣਦਾ ਉਹ ਮੁਆਫ ਕੀਤਾ ਹੈਗਾ। ਕੀ ਕਿਸਾਨ ਜਥੇਬੰਦੀਆਂ ਨੂੰ ਕਰਜ਼ਾ ਰਾਹਤ ਦੀ ਥਾਂ ਤੇ ਕਰਜ਼ਾ ਮੁਕਤੀ ਤੇ ਫਿਰ ਇਸ ਤੋਂ ਅੱਗੇ ਇਹ ਕਰਜ਼ੇ ਦੀ ਸਥਿਤੀ ਕਿਉਂ ਪੈਦਾ ਹੋਈ? ਖੇਤੀ ਮਾਡਲ ਜਿਹੜਾ ਕਿਸਾਨਾਂ ਨੂੰ ਕਰਜ਼ੇ ਥੱਲੇ ਧੱਕ ਰਿਹਾ, ਉਹ ਖੇਤੀ ਮਾਡਲ ਬਦਲ ਦੀ ਵੀ ਕੋਈ ਜਿਹੜੀ ਕਿਸਾਨ ਜਥੇਬੰਦੀਆਂ ਨੂੰ ਕੋਈ ਰਣਨੀਤੀ ਅਪਣਾਉਣੀ ਚਾਹੀਦੀ ਆ, ਜਾਂ ਬਦਲਵਾਂ ਕਿਸਾਨ ਜਥੇਬੰਦੀਆਂ ਨੂੰ ਖੇਤੀ ਮਾਡਲ ਕਿਸਾਨਾਂ ਅੱਗੇ, ਸਰਕਾਰ ਅੱਗੇ ਨਹੀਂ ਰੱਖਣਾ ਚਾਹੀਦਾ? ਬਿਲਕੁਲ ਠੀਕ ਕਹਿ ਰਹੇ ਤੁਸੀਂ ਸੁਰਿੰਦਰ ਜੀ, ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਕਿ ਖੇਤੀ ਮਾਡਲ ਦੇ ਬਦਲ ਦੇ ਉੱਪਰ ਕਿਸੇ ਕੋਲ ਕੋਈ ਸਮਝ ਨਹੀਂ ਹੈਗੀ ਜਾਂ ਇਹਦੇ ਤੇ ਕੋਈ ਵਿਚਾਰ ਨਹੀਂ ਹੈਗਾ। ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਹੁਤ ਸਪਸ਼ਟ ਇੱਥੇ ਸਮਝ ਰੱਖਦੇ ਆ ਕਿ ਪੰਜਾਬ ਦੀ ਜਿਹੜੀ ਸਮੁੱਚੀ ਖੇਤੀ ਆ ਇਹਨੂੰ ਖੇਤੀ ਜ਼ੋਨਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ। ਹੁਣ ਜਿਹੜਾ ਬਾਗਬਾਨੀ ਦਾ ਇਲਾਕਾ ਉੱਥੇ ਵੀ ਕਣਕ ਝੋਨਾ, ਜਿਹੜੀ ਕਾਟਨ ਬੈਲਟ ਆ ਉੱਥੇ ਵੀ ਕਣਕ ਝੋਨਾ। ਤੋ ਜਦੋਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਇੱਕ ਐਗਰੀਕਲਚਰ ਟੈਕਨੋਕ੍ਰੇਟਸ ਦੀ ਇੱਕ ਐਕਸ਼ਨ ਕਮੇਟੀ ਬਣਾਈ ਸੀ। ਜਿਹੜੀਆਂ ਉਹਦੀਆਂ ਸਿਫਾਰਸ਼ਾਂ ਸੀ ਉਹਦੇ 'ਚ ਉਹਨਾਂ ਨੇ ਬਹੁਤ ਸਪਸ਼ਟ ਲਿਖਿਆ ਸੀਗਾ ਕਿ ਤੁਹਾਨੂੰ ਨੈਚੁਰਲ ਗਰੋਇੰਗ ਏਰੀਆ ਸਿਲੈਕਟ ਕਰਨੇ ਚਾਹੀਦੇ ਆ, ਯਾਨੀ ਕਿ ਕੁਦਰਤੀ ਤੌਰ ਤੇ ਜਿਹੜੀ ਚੀਜ਼ਾਂ ਨੂੰ ਪੈਦਾ ਕਰਦੇ ਹੈਗੇ ਆ। ਹੁਣ ਹੁਸ਼ਿਆਰਪੁਰ ਦਾ ਜਿਹੜਾ ਤਲਵਾੜਾ ਬਲਾਕ ਆ ਉਹ 16 ਜਿਹੜੀ ਕੁਆਂਟਲ ਕਣਕ ਪੈਦਾ ਕਰਦਾ 1 ਹੈਕਟੇਅਰ 'ਚ, ਔਸਤਨ ਉਹਦੀ 16 ਕੁਆਂਟਲ ਆ। ਦੂਜੇ ਪਾਸੇ ਗੁਰਦਾਸਪੁਰ ਦਾ ਜਿਹੜਾ ਕਲਾਨੌਰ ਬਲਾਕ ਹੈਗਾ ਉਹ 48 ਕੁਆਂਟਲ ਪੈਦਾ ਕਰਦਾ।
ਹੁਣ ਜਿਹੜਾ 48 ਹੂੰ ਕੁਇੰਟਲ ਇੱਕ ਹੈਕਟੇਅਰ ਚੋਂ ਕਣਕ ਪੈਦਾ ਕਰ ਰਿਹਾ, ਇਟ ਮੀਨਸ ਉਹ ਨੈਚੁਰਲ ਗਰੋਇੰਗ ਏਰੀਆ ਉਹ ਆ, ਹੈਨਾ। ਜਿਹੜਾ ਗੁੱਡ। ਹੁਸ਼ਿਆਰਪੁਰ ਦਾ ਤਲਵਾੜਾ ਬਲਾਕ ਆ, ਉੱਥੇ 16 ਕੁਇੰਟਲ ਹੈਕਟੇਅਰ ਦੀ ਹੋ ਰਹੀ ਹੈ, ਉਹ ਨੈਚੁਰਲ ਗਰੋਇੰਗ ਏਰੀਆ 'ਚ ਫਾਲ ਨਹੀਂ ਕਰਦਾ। ਉੱਥੇ ਦੇਖਣਾ ਚਾਹੀਦਾ ਉੱਥੇ ਹੋਰ ਕਿਹੜੀ ਫਸਲ ਬਿਹਤਰ ਹੋ ਸਕਦੀ ਹੈ। ਮਤਲਬ ਇਹ ਪੂਰੀ ਸਮੁੱਚੀ ਖੇਤੀ ਨੀਤੀ ਸਾਨੂੰ ਪੂਰੀ ਰਿਵਾਈਜ਼ ਕਰਨੀ ਪਊ। ਅਸਲ ਦੇ ਵਿੱਚ ਤਾਂ ਪੰਜਾਬ ਦੇ ਕੋਲ ਕੋਈ ਖੇਤੀ ਨੀਤੀ ਹੈ ਹੀ ਨਹੀਂ, ਕੋਈ ਖੇਤੀ ਨੀਤੀ ਨਹੀਂ ਹੈ ਕਿ ਪੰਜਾਬ ਦੀ ਖੇਤੀ ਦਾ ਕਰਨਾ ਕੀ ਹੈ। ਰਜਿੰਦਰ ਜੀ ਤੁਸੀਂ ਪੰਜਾਬ 'ਚ ਕਹਿ ਰਹੇ ਹੋ ਖੇਤੀ ਨੀਤੀ ਨਹੀਂ ਹੈਗੀ, ਮੈਨੂੰ ਲੱਗ ਰਿਹਾ ਸ਼ਾਇਦ ਕੇਂਦਰ ਸਰਕਾਰ ਕੋਲੇ ਵੀ ਕੋਈ ਖੇਤੀ ਨੀਤੀ ਨਹੀਂ ਹੈ। ਨਹੀਂ, ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ ਹੋ ਕਿ ਕੋਈ ਇਸ ਮੁਲਕ ਦੇ ਵਿੱਚ, ਦੇਖੋ ਇਸ ਮੁਲਕ ਦੀ ਪੋਲਿਟਿਕਸ ਔਰ ਇਸ ਮੁਲਕ ਦੀ ਐਗਰੀਕਲਚਰ ਇੰਡਸਟਰੀਅਲ ਜਿਹੜੀ ਪਾਲਿਸੀ ਹੈਗੀ ਆ, ਉਹ ਇੱਕ ਸਕ੍ਰਿਪਟਡ ਪਾਲਿਸੀ ਹੈ। ਇੱਕ ਸਕ੍ਰਿਪਟ ਲਿਖ ਕੇ ਦਿੰਦੇ ਇਹਨਾਂ ਨੂੰ ਸਾਮਰਾਜੀ ਅਦਾਰੇ, ਤੇ ਇਹ ਤਾਂ ਇੱਥੋਂ ਦੀਆਂ ਸਰਕਾਰਾਂ ਤਾਂ ਅਦਾਕਾਰ ਨੇ, ਇਹ ਤਾਂ ਉਹਦੇ ਤੇ ਸਿਰਫ ਐਕਟ ਕਰਦੀਆਂ ਨੇ। ਸਕ੍ਰਿਪਟ ਜਿਹੜੀ ਲਿਖੀ ਲਿਖਾਈ ਹੁੰਦੀ ਹੈ, ਇਸ ਕਰਕੇ ਇਹ ਇੱਥੋਂ ਦੀਆਂ ਲੋੜਾਂ ਦੇ ਮੁਤਾਬਕ ਨਾ ਤਾਂ ਇੰਡਸਟਰੀ ਉਦਾਂ ਦੀ ਹੈਗੀ ਆ, ਨਾ ਇੱਥੋਂ ਦੀਆਂ ਲੋੜਾਂ ਦੇ ਮੁਤਾਬਕ ਜਿਹੜੀ ਐਗਰੀਕਲਚਰ ਉਦਾਂ ਦੀ ਹੈਗੀ ਹੈ। ਹੁਣ ਪੰਜਾਬ ਦੇ ਤੁਸੀਂ ਦੇਖ ਲਓ, ਸ਼ੂਗਰ ਮਿੱਲਾਂ ਆਪਣੇ ਵੇਂਦਿਆਂ ਹੀ ਮਾਲਵੇ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਨੇ ਬੰਦ ਕਰਕੇ ਰੱਖਤੀਆਂ ਨੇ। ਗੰਨਾ ਇੰਨੀ ਕਮਾਲ ਦੀ ਫਸਲ ਆ, ਨਾ ਉੱਤੇ ਗੜਿਆਂ ਦਾ ਅਸਰ, ਨਾ ਝੱਖੜ ਦਾ ਅਸਰ, ਉਹ ਗਰਮੀ ਵੀ ਝੱਲਦਾ, ਸਰਦੀ ਵੀ ਝੱਲਦਾ, ਸੋਕਾ ਵੀ ਝੱਲਦਾ, ਹੜ੍ਹ ਵੀ ਝੱਲਦਾ। ਐਡੀ ਜ਼ਬਰਦਸਤ ਫਸਲ ਜਿਹੜੀ ਸੀਗੀ, ਜਿਹੜੀ ਜ਼ਮੀਨ ਨੂੰ ਵੀ ਤਾਕਤ ਦਿੰਦੀ ਹੈਗੀ ਆ, ਉਹ ਫਸਲ ਕਿਸਾਨ ਕਿਉਂ ਛੱਡੀ? ਕਿਉਂਕਿ ਸ਼ੂਗਰ ਮਿੱਲਾਂ ਇਹਨਾਂ ਨੇ ਬੰਦ ਕਰਤੀਆਂ। ਇਸ ਕਰਕੇ ਉਹ ਐਗਰੋ ਬੇਸਡ ਇੰਡਸਟਰੀ, ਜਿੱਥੇ ਉਹ ਖੇਤੀ ਲਈ ਵੀ ਲਾਹੇਵੰਦ ਸੀ, ਉੱਥੇ ਮਤਲਬ ਐਗਰੋ ਬੇਸਡ ਇੰਡਸਟਰੀ ਹੋ, ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਬਿਲਕੁਲ ਰਜਿੰਦਰ ਜੀ, ਮੈਂ ਇਹ ਸਵਾਲ ਇਹ ਕਰ ਰਿਹਾ ਕਿ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਲਾਉਣ ਵਾਸਤੇ ਪੰਜਾਬ ਦੇ ਵਿੱਚ ਇੱਕ ਕੋਆਪਰੇਟਿਵ ਦਾ ਜਿਹੜਾ ਫਾਰਮੈਟ ਸੀਗਾ, ਕੋਆਪਰੇਟਿਵ ਮਾਡਲ ਸੀ, ਕੋਆਪਰੇਟਿਵ ਸੁਸਾਇਟੀਆਂ ਰਹੀ, ਜਿਵੇਂ ਮਾਰਕਫੈਡ ਆ, ਮਿਲਕਫੈਡ ਆ, ਸ਼ੂਗਰਫੈਡ ਆ, ਇਹਨਾਂ ਨੇ ਇੰਡਸਟਰੀ ਲਈ ਜਿਹੜੀ ਇੱਕ ਕਰਕੇ ਬੰਦ ਹੋ ਗਈ। ਯਕੀਨਨ ਇਹਦੇ ਵਿੱਚ ਅਫਸਰਸ਼ਾਹੀ ਦਾ ਭੈੜਾ ਰੋਲ ਸੀ, ਸਰਕਾਰ ਦੀਆਂ ਨੀਤੀਆਂ ਦਾ ਰੋਲ ਸੀ। ਇਹਦੇ ਬਦਲ ਦੇ ਵਿੱਚ ਕਿਸਾਨਾਂ ਨੇ ਕਿਤੇ ਆਪਣੇ ਪੱਧਰ ਦੇ ਉੱਤੇ ਕੋਈ ਸਾਂਝੇ ਯੂਨਿਟ ਲਾਏ ਹੋਣ, ਜਾਂ ਸਾਂਝੇ ਯੂਨਿਟ ਲਾਉਣ ਦਾ ਯਤਨ ਕੀਤਾ ਹੋਵੇ, ਜਾਂ ਜਿਹੜੇ ਸਰਕਾਰੀ ਦੁਰਪ੍ਰਬੰਧ ਇਹਨਾਂ ਨੂੰ ਰੋਕਣ ਦਾ ਯਤਨ ਕਰਕੇ ਜਿਹੜੀ ਕੋਆਪਰੇਟਿਵ ਖੇਤਰ ਦੇ ਵਿੱਚ ਐਗਰੋ ਇੰਡਸਟਰੀ ਲਾਈ ਸੀ, ਉਹਨੂੰ ਬਚਾਉਣ ਦੇ ਕੋਈ ਯਤਨ? ਦੇਖੋ, ਇਹਦੇ ਤੇ ਦੇਸ਼ 'ਚ ਅਲੱਗ-ਅਲੱਗ ਥਾਵਾਂ ਤੇ ਬਹੁਤ ਟੁੱਟਵੇਂ, ਕੁਝ ਲੋਕਲ ਪੱਧਰ ਤੇ ਕੁਝ ਲੋਕਾਂ ਦੇ ਜਿਹੜੇ ਯਤਨ ਜ਼ਰੂਰ ਹੈਗੇ ਆ, ਪਰ ਇੱਕ ਵੱਜਵੇਂ ਰੂਪ ਦੇ ਵਿੱਚ ਇਹ ਚੀਜ਼ਾਂ ਹਜੇ ਸਾਹਮਣੇ ਨਹੀਂ ਆਈਆਂ ਗਾ। ਕਿਉਂਕਿ ਮੇਰਾ ਸਵਾਲ ਵੀ ਰਜਿੰਦਰ, ਮੇਰਾ ਸਵਾਲ ਵੀ ਹੋਇਆ ਕਿ ਵੱਜਵੇਂ ਰੂਪ ਦੇ ਵਿੱਚ ਜੀ 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 ਜਿੱਥੋਂ ਤੱਕ ਜਿਹੜਾ ਮੌਜੂਦਾ ਕੋਆਪਰੇਟਿਵ ਸਿਸਟਮ ਜਿਹੜਾ ਸਰਕਾਰ ਵੱਲੋਂ ਅਡਾਪਟ ਕੀਤਾ ਗਿਆ, ਉਹਦੇ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਬਹੁਤ ਸੀ। ਉਹ ਕੋਆਪਰੇਟਿਵ ਹੈ ਨਹੀਂ ਸੀ ਉਸ ਤਰ੍ਹਾਂ। ਜੇ ਆਪਾਂ ਕੋਆਪਰੇਟਿਵ ਸੁਸਾਇਟੀਆਂ ਦੀ ਗੱਲ ਕਰ ਲਈਏ, ਉੱਥੇ ਜੇ ਹੁਣ ਕਿਸਾਨਾਂ ਨੂੰ ਲੋਨ ਚਾਹੀਦਾ ਤਾਂ ਉਹਦੇ 'ਚ ਛੋਟੇ ਜਾਂ ਦਰਮਿਆਨੇ ਕਿਸਾਨ ਦੀ ਉੱਦਾਂ ਪਹੁੰਚ ਨਹੀਂ ਸੀ। ਉਹਨਾਂ ਦੀ ਜਿਹੜੀ ਅਦਾਰਿਆਂ ਦੀ ਚੋਣ ਹੁੰਦੀ ਆ, ਉਹਦੇ 'ਚ ਵੀ ਧਨੀ ਲੋਕ, ਔਰ ਉਹਦੇ 'ਚ ਜੇ ਕਹਿੰਦੇ ਲੋਨ ਲੈਣਾ, ਜਿੰਦੇ ਕੋਲੇ ਵੱਧ ਜ਼ਮੀਨ ਉਹਨੂੰ ਵੱਧ ਲੋਨ ਮਿਲਦਾ ਸੀ, ਜਿਹੜਾ ਘੱਟ ਜ਼ਮੀਨ ਵਾਲਾ ਉਹਨੂੰ ਘੱਟ ਲੋਨ ਮਿਲਦਾ ਸੀ। ਇਹਦਾ ਮਤਲਬ ਉਹਦੀ ਜਿਹੜੀ ਓਰੀਐਂਟੇਸ਼ਨ ਸੀ, ਉਹ ਛੋਟੇ ਤੇ ਦਰਮਿਆਨੇ ਨੂੰ ਬਚਾਉਣ ਦੀ ਹੈ ਨਹੀਂ ਸੀਗੀ। ਜਿਸ ਕਰਕੇ ਉਹ ਸਾਰੇ ਕੋਆਪਰੇਟਿਵ ਅਦਾਰਿਆਂ ਦਾ ਹੀ ਹਾਲ ਬਣਿਆ, ਔਰ ਉਹਦੇ 'ਚ ਅਫਸਰਸ਼ਾਹੀ ਦੀ ਜਿਹੜੀ ਭੂਮਿਕਾ ਬਹੁਤ ਵੱਡੀ ਸੀਗੀ, ਲੋਕਾਂ ਦੀ ਭੂਮਿਕਾ ਉਹਦੇ 'ਚ ਨਿਰਣਾਇਕ ਭੂਮਿਕਾ ਜਿਹੜੀ ਉਹ ਨਹੀਂ ਸੀਗੀ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਇਹਦੇ ਤੇ ਵੱਜਵੇਂ ਜਿਹੜਾ ਯਤਨਾਂ ਦੀ ਜ਼ਰੂਰਤ ਸੀਗੀ, ਉਹਦੇ 'ਚ ਦੇਖੋ ਸੁਰਿੰਦਰ ਮਚਾਕੀ ਜੀ, ਬਹੁਤ ਸਾਰੀਆਂ ਗੱਲਾਂ ਕਈ ਵਾਰੀ ਦਹਾਕਿਆਂ ਬੱਧੀ ਅੜੀਆਂ ਰਹਿੰਦੀਆਂ ਨੇ, ਉਹ ਲੋਕਾਂ ਦੀ ਚੇਤਨਾ ਤੇ ਜਿਹੜੀਆਂ ਨਿਰਭਰ ਕਰਦੀਆਂ ਨੇ। ਹੁਣ ਇਸ ਅੰਦੋਲਨ ਨੇ ਜਿਹੜਾ ਕਿਸਾਨੀ ਦਾ ਮੁੱਦਾ ਹੈਗਾ, ਜਾਂ ਕਿਸਾਨੀ ਦਾ ਮਾਡਲ ਦਾ ਮਾਮਲਾ ਹੈਗਾ, ਕਿਸਾਨੀ ਸੰਕਟ ਦਾ ਗੱਲ, ਉਹ ਬਿਲਕੁਲ ਏਜੰਡੇ ਤੇ ਲਿਆ ਕੇ ਰੱਖਤਾ। ਇਸ ਕਰਕੇ ਇਹਦੇ ਤੇ ਹੁਣ ਗਾਂ ਇਹ ਗੱਲ ਜਿਹਨੂੰ ਕਹਿੰਦੇ ਵੀ ਇਹ ਲੜਾਈ ਅੰਤ ਨਹੀਂ, ਇਹਨੇ ਆਗਾਜ਼ ਕੀਤਾ ਤੇ ਇਹ ਸਾਰੇ ਮਾਮਲਿਆਂ ਤੇ ਹੁਣ ਚਰਚਾ ਚੱਲੂਗੀ ਤੇ ਪ੍ਰੈਕਟੀਕਲੀ ਕਦਮ ਜਿਹੜੇ ਜ਼ਰੂਰ ਹੁਣ ਉਠਾਏ ਜਾਣਗੇ। ਇਸ ਕਰਕੇ ਹੁਣ ਜਿਹੜੀ ਪੰਜਾਬ ਦੀ ਕਿਸਾਨ ਲਹਿਰ ਹੈਗੀ ਆ, ਪੰਜਾਬ ਦੀ ਕਿਸਾਨ ਲੀਡਰਸ਼ਿਪ ਆ, ਉਹਨੂੰ ਵੀ ਥੋੜਾ ਬੌਧਿਕ ਤੌਰ ਤੇ ਹੁਣ ਵੱਧ ਸਮਰੱਥ ਹੋਣ ਦੀ ਜਿਹੜੀ ਜ਼ਰੂਰਤ ਆ ਉਹ ਹੋਊਗੀ, ਕਿਉਂਕਿ ਉਹਨਾਂ ਦੇ ਸਿਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਇਸ ਅੰਦੋਲਨ ਨੇ ਪਾ ਦਿੱਤੀਆਂ। ਬਿਲਕੁਲ ਰਜਿੰਦਰ ਜੀ, ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ, ਖੇਤੀ ਦੀ ਗੱਲ ਕਰਦੇ ਹਾਂ, ਜਾਂ ਖਾਸ ਕਰਕੇ ਅਸੀਂ ਪੇਂਡੂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਪੇਂਡੂ ਆਰਥਿਕਤਾ ਦੀ ਗੱਲ ਕਰਦੇ ਹਾਂ, ਕਿਸਾਨਾਂ ਦੇ ਨਾਲ ਖੇਤ ਮਜ਼ਦੂਰ ਜਾਂ ਹੋਰ ਜਿਹੜੇ ਉੱਥੋਂ ਦੇ ਸਹਾਇਕ ਕਿੱਤੇ ਨੇ ਪਿੰਡਾਂ ਦੇ ਵਿੱਚ, ਜਾਂ ਜਿਹੜੇ ਖੇਤੀ ਤੇ ਨਿਰਭਰ ਰੁਜ਼ਗਾਰ ਕਰ ਰਹੇ ਲੋਕ ਨੇ, ਉਹਨਾਂ ਦੀ ਅਹਿਮੀਅਤ ਵੀ ਕਾਫੀ ਹੈ। ਇਸ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਦੇਖਿਆ ਕਿ ਖੇਤ ਮਜ਼ਦੂਰਾਂ ਨੇ
ਜਿਨ੍ਹਾਂ ਕੋਲੇ ਜ਼ਮੀਨ ਵੀ ਨਹੀਂ ਸੀ ਪਰ ਜ਼ਮੀਰ ਸੀ, ਉਹਨਾਂ ਨੇ ਹਮ ਕਦਮ ਹੋ ਕੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ। ਅੱਜ ਉਹਨਾਂ ਦੀ ਜਿਹੜੀ ਹੈ ਇਹ ਸਫਲਤਾ ਦੇ ਵਿੱਚ ਖੇਤ ਮਜ਼ਦੂਰਾਂ ਜਾਂ ਬਾਕੀ ਵਰਗਾਂ ਦਾ ਵੀ ਇੱਕ ਅਹਿਮ ਭੂਮਿਕਾ ਹੈ। ਤੇ ਅਸੀਂ ਇਹਦੇ ਸੰਬੰਧ ਵਿੱਚ ਖੇਤ ਮਜ਼ਦੂਰਾਂ ਦੇ ਆਗੂ ਤਰਸੇਮ ਪੀਟਰ ਨੂੰ ਨਾਲ ਜੋੜ ਕੇ ਇਸ ਮੁੱਦੇ ਤੇ ਉਹਨਾਂ ਨਾਲ ਚਰਚਾ ਕਰਨਾ ਚਾਹਾਂਗੇ। ਪੀਟਰ ਜੀ, ਤੁਹਾਡਾ ਸਵਾਗਤ ਹੈ, ਜੀ ਆਇਆਂ। ਬਹੁਤ ਬਹੁਤ ਮਿਹਰਬਾਨੀ ਜੀ। ਪੀਟਰ ਜੀ, ਕਿਸਾਨ ਅੰਦੋਲਨ ਦੇ ਵਿੱਚ ਉੱਤੇ ਸਫਲਤਾ ਦੇ ਉੱਤੇ ਤੁਹਾਡੀ ਮੁੱਢਲੀ ਟਿੱਪਣੀ, ਇਹਦੇ ਵਿੱਚ ਖੇਤ ਮਜ਼ਦੂਰਾਂ ਜਾਂ ਬਾਕੀ ਹੋਰ ਵਰਗਾਂ ਦੀ ਜਿਹੜੀ ਭੂਮਿਕਾ ਰਹੀ ਹੈ, ਇਹਦੇ ਤੇ ਤੁਹਾਡੇ ਸ਼ੁਰੂਆਤੀ ਕਮੈਂਟ ਤੋਂ ਆਪਾਂ ਗੱਲਬਾਤ ਦਾ ਆਗਾਜ਼ ਕਰਦੇ ਹਾਂ। ਇਹ ਕੋਲ ਕਦੀ ਵੀ ਪੰਜਾਬੀਆਂ ਨੇ, ਪੰਜਾਬ ਦੇ ਲੋਕਾਂ ਨੇ ਇਹ ਨਹੀਂ ਸਮਝਿਆ ਕਿ ਇਹ ਸਿਰਫ ਕਿਸਾਨਾਂ ਦਾ ਘੋਲ ਆ। ਉਹਨਾਂ ਨੂੰ ਇਸ ਘੋਲ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਹੋਂਦ ਵੀ ਨਜ਼ਰ ਆਈ। ਜਿੱਦਾਂ ਕਿਸਾਨ ਕਹਿੰਦਾ ਸੀਗਾ ਕਿ ਇਹ ਮੇਰੀ ਹੋਂਦ ਦਾ ਸਵਾਲ ਆ। ਉਸ ਸਮੇਂ ਜਿਹੜੇ ਖਾਸ ਕਰਕੇ ਬੇਜ਼ਮੀਨੇ ਲੋਕ ਸੀਗੇ, ਉਹਨਾਂ ਨੂੰ ਵੀ ਲੱਗਾ ਕਿ ਇਹਦੇ ਨਾਲ ਸਾਡੀ ਵੀ ਹੋਂਦ ਜੁੜੀ ਹੋਈ ਹੈ। ਜੀ ਪੀਟਰ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਔਰ ਮੈਂ ਸ਼ਾਇਦ ਅੱਜ ਕੱਲ੍ਹ ਖਬਰਾਂ ਦੇ ਵਿੱਚ ਤੁਸੀਂ ਵੀ ਪੜ੍ਹ ਰਹੇ ਹੋ, ਮੈਂ ਵੀ ਪੜ੍ਹ ਰਿਹਾ, ਕਿਸਾਨਾਂ ਦੇ ਧੜਾ ਧੜ ਸਵਾਗਤ ਹੋ ਰਿਹਾ, ਹੋਣਾ ਵੀ ਬਣਦਾ। ਮੈਨੂੰ ਕਿਤੇ ਨਜ਼ਰ ਨਹੀਂ ਆਇਆ ਕਿ ਕਿਸੇ ਖੇਤ ਮਜ਼ਦੂਰ ਦੇ ਆਗੂ ਦਾ ਉਵੇਂ ਸਵਾਗਤ ਹੋਇਆ ਹੋਵੇ ਜਾਂ ਉਹਦਾ ਸਨਮਾਨ ਕੀਤਾ ਗਿਆ ਹੋਵੇ। ਇਹ ਕਿਤੇ ਸੁਭਾਵਿਕ ਕੁਤਾਹੀ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਲੱਗ ਰਿਹਾ? ਕਿਉਂਕਿ ਅੰਦੋਲਨ ਦੇ ਵਿੱਚ ਖੇਤ ਮਜ਼ਦੂਰਾਂ ਦੀ ਜਾਂ ਬਾਕੀ ਜਿਹੜੇ ਤਬਕੇ ਨੇ ਸਮਾਜ ਦੇ, ਉਹਨਾਂ ਦੀ ਕੋਈ ਘੱਟ ਭੂਮਿਕਾ ਨਹੀਂ ਰਹੀ। ਸਵਾਗਤ ਕਿਸਾਨ ਆਗੂਆਂ ਦਾ ਕਰਨਾ ਲਾਜ਼ਮੀ ਬਣਦਾ ਔਰ ਇਹ ਕੀਤਾ ਜਾਣਾ ਵੀ ਚਾਹੀਦਾ, ਕੀਤਾ ਵੀ ਜਾ ਰਿਹਾ। ਪਰ ਬਾਕੀ ਵਰਗਾਂ ਦੀ, ਖਾਸ ਕਰਕੇ ਮਜ਼ਦੂਰਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ਾਇਦ ਠੀਕ ਨਹੀਂ ਮੈਂ ਸਮਝਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਕੋਈ ਇੱਕ ਜਿਹੜਾ ਖੇਤੀ ਬਿੱਲ ਸੀਗੇ, ਬੇਸ਼ੱਕ ਕੁਛ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਛ ਐਸੇ ਕਾਨੂੰਨ ਸੀ ਜਿਹੜੇ ਮਜ਼ਦੂਰਾਂ ਨੂੰ ਵੀ ਪ੍ਰਭਾਵਿਤ ਕਰਦੇ ਸੀਗੇ। ਪਰ ਇਹ ਅਸਲ ਦੇ ਵਿੱਚ ਇਸ ਤਰ੍ਹਾਂ ਜਿਸ ਤਰ੍ਹਾਂ ਇਹਨੂੰ ਪ੍ਰਚਾਰਿਆ ਗਿਆ, ਜ਼ਿਆਦਾ ਹੋ ਸਕਦਾ ਹੈ ਕਿ ਸ਼ਾਇਦ ਮਜ਼ਦੂਰਾਂ ਵਾਲੇ ਪਾਰਟ ਤੇ ਉਹਦੇ ਅਸੀਂ ਜ਼ਿਆਦਾ ਕੁਛ ਨਹੀਂ ਹੋ ਸਕਿਆ। ਇੰਜ ਇਹ ਬਣ ਗਿਆ ਕਿ ਇਹ ਸਿਰਫ ਕਿਸਾਨੀ ਅੰਦੋਲਨ ਆ। ਰਜਿੰਦਰ ਜੀ, ਤਰਸੇਮ ਹਰੀ ਸਾਡੇ ਨਾਲ ਡਿਸਕਨੈਕਟ ਹੋ ਗਏ ਨੇ, ਤੁਸੀਂ ਇੱਥੇ ਕੋਈ ਕਮੈਂਟ ਕਰਨਾ ਚਾਹੋਗੇ? ਦੇਖੋ, ਇਹ ਕੋਈ ਇੰਟੈਂਸ਼ਨਲੀ ਤਾਂ ਇਦਾਂ ਕਿਤੇ ਨਹੀਂ ਹੋਇਆ ਹੈਗਾ। ਬਹੁਤ ਸਾਰੀਆਂ ਥਾਵਾਂ ਤੇ ਜਿੱਥੇ ਮਜ਼ਦੂਰ ਭਾਈਚਾਰੇ ਦੇ ਲੋਕ ਸੀਗੇ ਨਾਲ, ਅਸੀਂ ਜਿੱਦਣ ਮੈਂ ਪਿੰਡ ਆਇਆ ਹੈਗਾ ਤੋਂ ਨਾਲ ਸੀਗੇ, ਤੇ ਸਾਰਿਆਂ ਨੂੰ ਮਤਲਬ ਜਿਹੜੇ ਸੀਗੇ ਓਦਾਂ ਲੋਕਾਂ ਨੇ ਹਾਰ ਪਹਿਨਾਏ, ਮਾਨ ਸਨਮਾਨ ਦਿੱਤਾ। ਤੋ ਇਸ ਤਰ੍ਹਾਂ ਕਿਤੇ ਮਤਲਬ ਇੰਟੈਂਸ਼ਨਲੀ ਨਹੀਂ ਹੋਇਆਗਾ। ਜਿੱਥੇ ਜਿੱਥੇ ਉਹਨਾਂ ਦੀ ਭਾਗੀਦਾਰੀ ਸੀ, ਨਾਲ ਰਹੇ, ਉੱਥੇ ਉਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਹੈਗਾ। ਹਾਂ, ਇਹ ਗੱਲ ਠੀਕ ਹੈ ਕਿ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਜਿਹੜੀ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਜੋ ਜਿਹੜਾ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਹੈਗਾ ਉਹ ਅਮਲੀ ਰੂਪ ਜਿਹੜਾ ਹੈਗਾ ਅਖਤਿਆਰ ਕਰ ਸਕੇ, ਤੇ ਉਹ ਭਵਿੱਖ ਦੀਆਂ ਲੜਾਈਆਂ ਵਾਸਤੇ ਓਨਾ ਹੀ ਚੰਗਾ ਰਹੂ। ਰਜਿੰਦਰ, ਅਗਲਾ ਸਵਾਲ ਇਹ ਕਰਨਾ ਬਣਦਾ ਕਿ ਕਿਸਾਨ ਘਰਾਂ 'ਚ ਪਰਤ ਆਏ ਨੇ, ਯਕੀਨਨ ਰੂਪ ਦੇ ਵਿੱਚ ਉਹਨਾਂ ਦਾ ਮਨੋਬਲ, ਸਵੇ ਮਾਣ, ਸਵੇ ਭਰੋਸਾ ਕਾਫੀ ਉੱਚਾ ਹੋਇਆ। ਔਰ ਕਿਤੇ ਨਾ ਕਿਤੇ ਕਿਉਂਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਉਵੇਂ ਚੇਤਨਾ ਪੱਧਰ ਨਹੀਂ ਸੀ ਜਿਹੜਾ ਹੋਣਾ ਚਾਹੀਦਾ। ਇਹਦੇ ਵਿੱਚ ਉਹ ਕਿਸਾਨ ਆਗੂ ਵੀ ਸੀ ਜਿਹੜੇ ਸਰਮਾਏਦਾਰ ਪਾਰਟੀਆਂ ਨਾਲ ਜੁੜੇ ਹੋਏ ਨੇ। ਕੀ ਇਹ ਜਿਹੜਾ ਵਧਿਆ ਹੋਇਆ ਸਵੇ ਮਾਣ, ਸਵੇ ਭਰੋਸਾ ਪਿੰਡਾਂ ਦੇ ਵਿੱਚ ਕਿਸੇ ਹੋਰ ਤਰ੍ਹਾਂ ਦਾ ਕਨਫਲਿਕਟ ਤਾਂ ਨਹੀਂ ਖੜਾ ਕਰੇਗਾ? ਖਾਸ ਕਰਕੇ ਖੇਤ ਮਜ਼ਦੂਰਾਂ ਨਾਲ। ਮੈਂ ਸਵਾਲ ਹੋਰ ਸਪਸ਼ਟ ਕਰਦੇ ਹਾਂ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ, ਜੀ ਠੀਕ ਹੈ ਜੀ, ਜਵਾਬ ਦੇ ਸਕਦੇ ਹੋ।
ਹਾਂ ਮੈਂ ਤੁਹਾਡਾ ਸਵਾਲ, ਹਾਂ ਉਹਦੇ ਚ ਇਹ ਕਿ ਦੋਨੋਂ ਦੋਨੋਂ ਗੱਲਾਂ ਨੇ। ਕਈ ਜਿੱਥੇ ਮਤਲਬ ਕਿ ਕੋਈ ਉਦਾਂ ਆਰਗੇਨਾਈਜ਼ਡ ਲੋਕ ਨਹੀਂ ਗਏ, ਮਤਲਬ ਕੋਈ ਮਤਲਬ ਜਥੇਬੰਦੀ ਨਾਲ ਜੁੜੇ ਹੋਏ ਲੋਕ ਨਹੀਂ ਸੀਗੇ, ਉਹ ਗਏ, ਉਹ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ। ਪਰ ਇਸ ਅੰਦੋਲਨ ਦੇ ਦੌਰਾਨ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬਹੁਤ ਜ਼ਿਆਦਾ ਚੱਲਿਆ, ਬਹੁਤ ਜ਼ਿਆਦਾ ਬੁਲੰਦ ਹੋਇਆ। ਬਹੁਤ ਸਾਰੀਆਂ ਥਾਵਾਂ ਤੇ ਲਗਾਤਾਰ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਨੇ ਉਹ ਉੱਥੇ ਪਾਰਟੀਸਪੇਟ ਕਰਦੀਆਂ। ਜਦੋਂ ਕਿਸਾਨ ਸੰਸਦ ਲੱਗੀ ਉਹਦੇ 'ਚ ਵੀ ਸਾਥੀ ਤਰਸੇਮ ਪੀਟਰ ਹੋਰੀ ਤੇ ਹੋਰ ਮਜ਼ਦੂਰ ਆਗੂ ਵੀ ਜਿਹੜੇ ਸੀ ਗਏ। ਕਿਸਾਨਾਂ ਮਜ਼ਦੂਰਾਂ ਦਾ ਸਾਂਝਾ ਇੱਕ ਕਿਸਾਨ ਸੰਸਦ ਦਾ ਸੈਸ਼ਨ ਵੀ ਜਿਹੜਾ ਸੀਗਾ ਉਹ ਹੋਇਆ ਸੀਗਾ, ਹਨਾ। ਸੋ ਜਿੱਥੇ ਜਿੱਥੇ ਤਾਂ ਕੁਛ ਇਸ ਤਰ੍ਹਾਂ ਦੀਆਂ ਪ੍ਰੋਗਰੈਸਿਵ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ, ਉੱਥੇ ਤਾਂ ਇਹ ਦਿੱਕਤ ਪਹਿਲਾਂ ਵੀ ਨਹੀਂ ਸੀਗੀ ਤੇ ਗਾਂ ਵੀ ਜਿਹੜੀ ਦਿੱਕਤ ਜਿਹੜੀ ਆ ਉਹ ਨਹੀਂ ਆਊਗੀ। ਹਾਂ, ਇਸ ਕਰਕੇ ਇਹ ਲੜਾਈ ਤਾਂ ਸਮੁੱਚੇ ਪੰਜਾਬੀਆਂ ਦੀ ਸੀਗੀ। ਔਰ ਲਗਾਤਾਰ ਅਸੀਂ ਕਹਿ ਵੀ ਰਹੇ ਹੈਗੇ ਆ ਵੀ ਇਹਦੇ 'ਚ ਜੇ ਕੋਈ ਕਿਸਾਨ ਦਾ ਕਿਸੇ ਦੁਕਾਨਦਾਰ ਨਾਲ ਕੋਈ ਲੈਣ ਦੇਣ ਹੈਗਾ, ਉਹਦੇ 'ਚ ਕੋਈ ਕਨਫਲਿਕਟ ਖੜਾ ਕਰੇ ਤਾਂ ਉਹ ਠੀਕ ਨਹੀਂ, ਕਿਉਂਕਿ ਇਹ ਲੜਾਈ ਤਾਂ ਸਮੁੱਚੇ ਪੰਜਾਬੀਆਂ ਦੀ ਸੀ, ਸਮੁੱਚੇ ਦੁਕਾਨਦਾਰਾਂ ਦੀ, ਛੋਟੇ ਵਪਾਰੀਆਂ ਦੀ, ਸਾਰੇ ਲੋਕਾਂ ਨੇ ਇਹਦਾ ਜਿਹੜਾ ਹੈਗਾ ਯੋਗਦਾਨ ਦਿੱਤਾ ਹੈਗਾ। ਔਰ ਇਹ ਕਾਫੀ ਕੁਛ ਇੱਕ ਸਾਲ ਦੇ ਵਿੱਚ ਲੋਕਾਂ ਨੇ ਜਿਹੜਾ ਸਿੱਖਿਆ। ਪਰ ਕੁਝ ਕੁ ਥਾਵਾਂ ਤੇ ਹੋ ਸਕਦਾ ਕਿ ਇਸ ਚੀਜ਼ ਨੂੰ ਕਰਨ ਵਾਸਤੇ ਕੋਈ ਸ਼ਰਾਰਤੀ ਅੰਸਰ, ਜਿਵੇਂ ਬੀਜੇਪੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈਗੀ ਆ ਇਹ ਬਣਾਉਣ ਦੀ ਵੀ ਦੇਖੋ ਲਗਾਤਾਰ ਉਹ, ਜਿਵੇਂ ਕੱਲ ਵੀ ਕੁਛ ਆਪਣੇ ਆਪ ਨੂੰ ਦਲਿਤਾਂ ਦੇ ਮਸੀਹਾ ਕਹਾਉਣ ਵਾਲੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਹੈਗੇ ਆ। ਤਾਂ ਬੀਜੇਪੀ ਇਸ ਤਰ੍ਹਾਂ ਦੀਆਂ ਕੁਛ ਸ਼ਰਾਰਤਾਂ ਜਿਹੜੀਆਂ ਲੋਕਲ ਪੱਧਰ ਤੇ ਕਰ ਸਕਦੀ ਹੈਗੀ ਆ। ਪਹਿਲਾਂ ਵੀ ਜਿਹੜੀਆਂ ਘਟਨਾਵਾਂ, ਮੰਨ ਲਓ ਝੋਨੇ ਦੇ ਰੇਟ ਵਾਲੀ ਗੱਲ ਸੀ ਜਾਂ ਉਹ ਕੁਛ ਹੁੰਦੀ ਸੀਗੀ, ਉਹ ਇਸ ਵਾਰ ਬਹੁਤ ਘੱਟ ਹੋਈਆਂ ਔਰ ਬਹੁਤ ਰੇਅਰ ਸੀਗੀਆਂ। ਠੀਕ ਆ, ਕਈ ਵਾਰੀ ਕੀ ਹੁੰਦਾ ਕਿ ਤੁਸੀਂ ਇੱਕ ਅੱਧੀ ਘਟਨਾ ਨੂੰ ਫੜ ਕੇ ਜਦੋਂ ਜਰਨਲਾਈਜ਼ ਕਰਦੇ ਆ ਨਾ, ਤਾਂ ਉਹ ਉਸ ਗੱਲ ਦਾ ਪ੍ਰੋਪੇਗੈਂਡਾ ਇੰਨਾ ਕਰਕੇ ਉਹ ਓਨੀ ਗੱਲ ਹੁੰਦੀ ਨਹੀਂ ਜਿੰਨੀ ਜਿਹੜੀ ਹੈਗੀ ਆ ਬਣਾ ਦਿੱਤੀ ਜਾਂਦੀ ਹੈਗੀ ਆ। ਪਰ ਇਹ ਕਿਉਂਕਿ ਦੋ ਜਮਾਤਾਂ ਨੇ ਤੁਹਾਡੀ ਗੱਲ ਨਾਲ ਸਹਿਮਤ ਹਾਂ, तो इस करके पर इस गल ते पूरी ਜਿਹੜੀ ਨਿਗਾਹ ਰਹੂਗੀ, ਪੂਰੀ ਨਿਗਾਹ ਰਹੂਗੀ। ਇਸ ਗੱਲ ਤੋਂ ਅਸੀਂ ਆਪਣੇ ਕਾਡਰ ਨੂੰ ਵੀ ਲਗਾਤਾਰ ਜਿਹੜਾ ਅਵੇਅਰ ਕੀਤਾ। ਸਾਡਾ ਕਾਡਰ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਇਸ਼ੂ ਦੇ ਵਿੱਚ ਪੈਂਦਾ ਨਹੀਂ ਹੈਗਾ, ਜਿੱਥੇ ਮਜ਼ਦੂਰਾਂ ਦੇ ਮਾਮਲੇ ਹੁੰਦੇ ਸੀ ਡਟ ਕੇ ਖੜਦੇ ਵੀ। ਰਜਿੰਦਰ, ਖੇਤ ਮਜ਼ਦੂਰਾਂ ਦੇ ਮਸਲੇ ਕਾਫੀ ਵੱਡੇ ਨੇ, ਖਾਸ ਕਰਕੇ ਜਦੋਂ ਅਸੀਂ ਪੇਂਡੂ ਧਰਾਤਲ ਤੇ ਨਿਗਾਹ ਮਾਰਦੇ ਹਾਂ। ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਹੋ, ਮੈਂ ਵੀ ਕਾਫੀ ਸਮਾਂ ਪਿੰਡਾਂ ਨਾਲ ਵਾਬਸਤਾ ਰਿਹਾ। ਪਿੰਡਾਂ ਦੇ ਵਿੱਚ ਅਕਸਰ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਵਿਹੜੇ ਵੱਖਰੇ ਨੇ, ਜਿਹਦੇ ਕਾਰਨ ਸਮਾਜਿਕ ਪ੍ਰਬੰਧ 'ਚ ਪਏ ਨੇ। ਔਰ ਲੰਬੇ ਸਮੇਂ ਤੋਂ ਖੇਤ ਮਜ਼ਦੂਰ ਜਥੇਬੰਦੀਆਂ ਚੇਤਨ ਹੋ ਕੇ ਇਸ ਸਮਾਜਿਕ ਪ੍ਰਬੰਧ ਵਿੱਚ ਆਪਣੀ ਭਾਈਵਾਲੀ ਸਰਗਰਮ ਬਣਾਉਣ ਲਈ ਯਤਨਸ਼ੀਲ ਨੇ। ਔਰ ਨਾਲ ਹੀ ਪਿੰਡਾਂ ਦੇ ਵਿੱਚ ਜਿਹੜੇ ਆਪਣਾ ਸਾਂਝੀ ਜ਼ਮੀਨ ਹੈ, ਉਹਦੇ ਪਿੱਛੇ ਵੀ ਖੇਤ ਮਜ਼ਦੂਰ ਲਗਾਤਾਰ ਸਟਰਗਲ ਕਰ ਰਹੇ ਨੇ ਕਿ ਸਾਂਝੀ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਉਹਨਾਂ ਨੂੰ ਜ਼ਮੀਨ ਦਾ ਹਿੱਸਾ ਮਿਲੇ, ਉਹ ਜ਼ਮੀਨ ਆਪਦੀ ਵਾਹੁਣ, ਖੇਤੀ ਕਰਨ। ਤੇ ਪਲਾਟਾਂ ਦਾ ਮਸਲਾ, ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿਹੜੇ ਪਿੰਡਾਂ ਨਾਲ ਸੰਬੰਧਿਤ ਨੇ। ਔਰ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਪਹਿਲ ਹੀ ਖੇਤ ਮਜ਼ਦੂਰਾਂ ਦਾ ਸਟਰਗਲ ਵੀ ਖੇਤ ਮਜ਼ਦੂਰਾਂ ਦੇ ਇਸ਼ੂ ਨੂੰ ਲੈ ਕੇ ਚੱਲ ਰਿਹਾ ਸੀ। ਹੁਣ ਇਸ ਸਟਰਗਲ ਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ, ਖਾਸ ਕਰਕੇ ਜਦੋਂ ਅਸੀਂ ਜ਼ਮੀਨੀ ਵੰਡ ਦੀ ਗੱਲ ਕਰਦੇ ਹਾਂ, ਪਿੰਡਾਂ ਦੇ ਵਿੱਚ ਪਲਾਟਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਪੰਚਾਇਤਾਂ ਨੇ, ਪੰਚਾਇਤਾਂ ਦੇ ਵਿੱਚ ਖੇਤ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਦੀ ਮੰਗ ਕਰਦੇ ਆ। ਇਹ ਸਾਰੇ ਹੋਰ ਕਈ ਮਸਲੇ ਨੇ। ਦੇਖੋ, ਹਰੇਕ ਜਮਾਤ ਨੇ ਆਪਣੀ ਲੜਾਈ ਆਪ ਲੜਨੀ ਹੁੰਦੀ ਆ। ਕਿਸਾਨਾਂ ਦੀ ਲੜਾਈ ਕਿਸੇ ਹੋਰ ਨੇ ਨਹੀਂ ਆ ਕੇ ਲੜੀ, ਕਿਸਾਨਾਂ ਨੇ ਲੜੀ ਆ। ਮਜ਼ਦੂਰਾਂ ਨੇ ਲੜਾਈ ਆਪ ਲੜਨੀ ਹੈਗੀ ਆ। ਪਰ ਜਿਹੜੀਆਂ ਤੁਸੀਂ ਮੰਗਾਂ ਉਠਾਈਆਂ, ਅਸੀਂ ਪਹਿਲਾਂ ਵੀ ਇਹਨਾਂ ਦੀ ਹਮਾਇਤ ਸੀ ਤੇ ਗਾਂ ਵੀ ਹਮਾਇਤ ਦੇ ਵਿੱਚ ਹੈਗੇ। ਜਦੋਂ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਜੋ ਪੰਚਾਇਤੀ ਜ਼ਮੀਨ 'ਚ ਉਹਦਾ ਤੀਜਾ ਹਿੱਸਾ ਬਣਦਾ ਹੈਗਾ ਦਲਿਤ ਭਾਈਚਾਰੇ ਦਾ, ਉਹ ਲੈਣ ਵਾਸਤੇ ਲੜ ਰਹੀ ਸੀ, ਤੇ ਉਦੋਂ ਵੀ ਅਸੀਂ ਭਰਵੀਂ ਸ਼ਮੂਲਤ ਜਿਹੜੀ ਉਹਦੇ 'ਚ ਕਰਦੇ ਰਹੇ ਹੈਗੇ ਆ। ਤੇ ਗਾਂ ਵੀ ਇਸ ਲੜਾਈ ਦੀ ਅਸੀਂ ਡਟਵੀਂ ਹਮਾਇਤ ਜਿਹੜੀ ਹੈਗੀ ਆ ਉਹ ਕਰਦੇ ਰਹਾਂਗੇ, ਕਿਉਂਕਿ ਅਸੀਂ ਕੋਈ ਮਤਲਬ ਧਨੀ ਕਿਸਾਨੀ ਦੀ ਜਿਹੜੀ ਨੁਮਾਇੰਦਾ ਜਥੇਬੰਦੀ ਨਹੀਂ ਹੈ। ਰਜਿੰਦਰ ਜੀ, ਅਸੀਂ ਜਦੋਂ ਹੁਣ ਅਗਲੇ ਪੜਾਅ ਵੱਲ ਦੇਖਦੇ ਹਾਂ, ਮੈਨੂੰ ਲੱਗ ਰਿਹਾ ਕਿ ਜਾਂ ਬਹੁਤ ਸਾਰੇ ਹੋਰਨਾਂ ਨੂੰ ਵੀ ਲੱਗੇਗਾ ਕਿ ਹੁਣ ਜਿਹੜੀ ਪੇਂਡੂ ਆਰਥਿਕਤਾ ਹੈ, ਯਕੀਨਨ ਕਿਸਾਨੀ ਤੇ ਨਿਰਭਰ ਹੈ। ਪਰ ਪੇਂਡੂ ਆਰਥਿਕਤਾ ਨੂੰ ਖੜੇ ਪੈਰ ਕਰਨ ਲਈ ਸਮੁੱਚੇ ਪੇਂਡੂ ਮਾਡਲ ਦੇ ਉੱਤੇ ਕੰਮ ਕਰਨਾ ਪਏਗਾ, ਜਿਹਦੇ ਵਿੱਚ ਅਸੀਂ ਇਹ ਦੇਖੀਏ ਕਿ ਬਿਹਤਰ ਸਿਹਤ ਸੇਵਾਵਾਂ ਦੀ ਮੰਗ ਵੀ
ਸਿਹਤ ਸੇਵਾਵਾਂ, ਬਿਹਤਰ ਸਿੱਖਿਆ, ਬਿਹਤਰ ਸੈਨੀਟੇਸ਼ਨ, ਜਾਂ ਜਿਹੜੇ ਉੱਥੋਂ ਦੇ ਖੇਤੀ ਤੇ ਨਿਰਭਰ ਰੁਜ਼ਗਾਰ ਕਰਨ ਵਾਲੇ ਲੋਕ ਨੇ, ਉਹਨਾਂ ਦਾ ਉਜਾੜਾ ਰੋਕਣਾ ਔਰ ਉਹਨਾਂ ਦੇ ਰੁਜ਼ਗਾਰਾਂ ਨੂੰ ਵੀ ਖੜੇ ਪੈਰੀ ਕਰਨਾ ਇੱਕ ਵੱਖਰਾ ਤਰ੍ਹਾਂ ਦਾ ਏਜੰਡਾ ਬਣਦਾ। ਕੀ ਕਿਸਾਨ ਮੋਰਚਾ ਇਸ ਏਜੰਡੇ ਨੂੰ ਲੈ ਕੇ ਚੱਲੇਗਾ? ਦੇਖੋ, ਕਿਸਾਨ ਮੋਰਚਾ ਇੱਕ ਸਮਝ ਨਹੀਂ ਰੱਖਦਾਗਾ ਵੀ ਉਹ ਕੋਈ ਸਾਰੇ ਮਾਮਲੇ ਤੇ ਇੱਕ ਸਮਝ ਰੱਖਦਾ। ਇਹ 'ਚ ਅਲੱਗ-ਅਲੱਗ ਜਿਹੜੀਆਂ ਕਿਸਾਨੀ ਦੀਆਂ ਪਰਤਾਂ ਨੇ ਉਹਦੀਆਂ ਅਲੱਗ-ਅਲੱਗ ਨੁਮਾਇੰਦਾ, ਅਲੱਗ-ਅਲੱਗ ਵਿਚਾਰਾਂ ਵਾਲੀਆਂ ਜਥੇਬੰਦੀਆਂ ਸੀ, ਜਿਨ੍ਹਾਂ ਦੀ ਸਾਂਝ ਮੋਟੇ ਰੂਪ 'ਚ ਜਿਹੜਾ ਖੇਤੀ ਕਾਨੂੰਨ ਜਿਹੜੀ ਸੀ ਉਹ ਰੱਦ ਕਰਵਾਉਣ ਦੀ ਸੀ। ਤੋ ਇਸ ਪੱਧਰ ਤੇ ਜਿਹੜੀਆਂ ਅਲੱਗ-ਅਲੱਗ ਜੋ ਇਹ ਸਮਝਦੀਆਂ ਨੇ ਕਿ ਜਿਹੜਾ ਪੇਂਡੂ ਅਰਥਚਾਰਾ ਹੈਗਾ ਉਹ ਕਿਵੇਂ ਬਿਹਤਰ ਹੋ ਸਕਦਾ, ਕਿਵੇਂ ਲੋਕਾਂ ਨੂੰ ਉੱਥੇ ਰੁਜ਼ਗਾਰ ਮਿਲ ਸਕਦਾ, ਇਹਦੇ ਤੇ ਜਥੇਬੰਦੀਆਂ ਅਲੱਗ-ਅਲੱਗ ਸੋਚਣਗੀਆਂ। ਇਹਦੇ ਤੇ ਕੋਈ ਸਾਂਝੀ ਸਰਗਰਮੀ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਘੱਟ ਲੱਗਦੀ। ਪੰਜਾਬ ਦੇ ਵਿੱਚ ਅਸੀਂ ਦੇਖੀਏ ਕਿ ਚੋਣਾਂ ਦਾ ਐਲਾਨ ਜਲਦੀ ਹੋ ਜਾਣਾ। ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਔਰ ਕਿਸਾਨਾਂ ਦੇ ਉੱਤੇ ਬਹੁਤ ਵੱਡੀਆਂ ਉਮੀਦਾਂ ਆਮ ਲੋਕਾਂ ਦੀਆਂ ਨਹੀਂ, ਰਾਜਨੀਤਿਕ ਪਾਰਟੀਆਂ ਦੀਆਂ ਵੀ ਨੇ। ਇਹ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਰਾਜਨੀਤਿਕ ਪਾਰਟੀਆਂ ਵੀ ਕਿਸਾਨ ਆਗੂਆਂ ਤੋਂ ਅਗਵਾਈ ਦੀ ਉਮੀਦ ਰੱਖਦੀਆਂ ਨੇ। ਇਹਦੇ ਵਿੱਚ ਬਹੁਤ ਸਾਰੇ ਪਹਿਲੂ ਖੜੇ ਹੋ ਗਏ ਨੇ, ਬਹੁਤ ਸਾਰੀਆਂ ਰਾਵਾਂ ਸਾਹਮਣੇ ਆ ਰਹੀਆਂ ਨੇ। ਕਿਤੇ ਇਹ ਵੀ ਚਰਚਾ ਹੋ ਰਹੀ ਹੈ ਕਿ ਇੱਕ ਵੱਡੇ ਕਿਸਾਨ ਆਗੂ ਨੂੰ ਜਿਹੜਾ ਹੈਗਾ ਚਿਹਰਾ ਬਣਾ ਕੇ ਇਲੈਕਸ਼ਨ ਲੜਨ ਵਾਲੀ ਗੱਲ। ਕਿਤੇ ਇਹ ਵੀ ਚਰਚਾ ਹੋ ਰਹੀ ਹੈ ਕਿ ਕਿਸਾਨ ਆਗੂ ਆਪਣੀ ਰਾਜਨੀਤਿਕ ਪਾਰਟੀ ਬਣਾਉਣ। ਅਸੀਂ ਗੁਰਨਾਮ ਸਿੰਘ ਚੜੂੰਨੀ ਦੀ ਗੱਲ ਕਰ ਸਕਦੇ ਹਾਂ, ਜਿਹੜੇ ਇਸ ਮਸਲੇ ਨੂੰ ਲੈ ਕੇ ਪੰਜਾਬ 'ਚ ਸਰਗਰਮ ਨੇ। ਕਿਤੇ ਇਹ ਵੀ ਗੱਲ ਆ ਰਹੀ ਹੈ ਕਿ ਉਮੀਦਵਾਰਾਂ ਦੇ ਆਧਾਰ ਦੇ ਉੱਤੇ ਕਿਸਾਨ ਆਗੂ ਕੋਈ ਫੈਸਲਾ ਕਰਨ। ਤੁਹਾਡੀ ਇਹਦੇ ਬਾਰੇ ਕੀ ਸਮਝ ਕਹਿੰਦੀ ਹੈ? ਤੁਸੀਂ ਕੀ ਭਵਿੱਖ ਦੇ ਵਿੱਚ ਕਿਸਾਨ ਆਗੂਆਂ ਦੀ ਨੀਤੀ ਤੇ ਨੀਅਤ ਦੇਖ ਸਕਦੇ ਹੋ? ਦੇਖੋ, ਇਹਦੇ ਵਾਸਤੇ ਤੁਹਾਨੂੰ ਕੁਝ ਮੇਰੇ ਖਿਆਲ 'ਚ ਹਫ਼ਤੇ ਤੱਕ ਜਿਹੜੀ ਪਿਕਚਰ ਸਾਰੀ ਕਲੀਅਰ ਹੋ ਜੂਗੀ ਕਿ ਕਿਸਾਨ ਮੋਰਚਾ 'ਚ ਕੀ ਫੈਸਲਾ ਲੈਂਦਾ। ਸਾਂਝੇ ਰੂਪ 'ਚ ਫੈਸਲਾ ਲੈ ਸਕਦਾ। ਜੇ ਤਾਂ ਸਾਂਝੇ ਰੂਪ 'ਚ ਫੈਸਲੇ ਦਾ ਹੋਇਆ ਫਿਰ ਤਾਂ ਇਹ ਹੋਊਗਾ ਕਿ ਕੋਈ ਪੰਜਾਬ ਦੀ ਸਿਆਸਤ ਲਈ ਜਿਹੜੇ ਏਜੰਡੇ ਆ ਉਹ ਸੈੱਟ ਕੀਤੇ ਜਾਣ। ਕਿਸਾਨ ਆਗੂ ਸਿੱਧੇ ਜਿਹੜੇ ਆ ਚੋਣਾਂ ਦੇ ਵਿੱਚ ਉਹ ਨਾ ਉਤਰਨ। ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਜਿਵੇਂ ਚੰਡੀਗੜ੍ਹ ਬੁਲਾ ਕੇ ਕਿਹਾ ਸੀ ਵੀ ਚੋਣ ਜਾਬਤਾ ਲੱਗਣ ਤੱਕ ਤੁਸੀਂ ਗੁਰੇਜ਼ ਕਰੋ ਚੋਣ ਕੰਪੇਨ ਤੋਂ। ਉਸੇ ਤਰ੍ਹਾਂ ਪੰਜਾਬ 'ਚ ਹੈਲਥ ਦਾ, ਐਜੂਕੇਸ਼ਨ ਦਾ ਕੀ ਹੈ, ਐਗਰੀਕਲਚਰ ਦਾ ਕੀ ਹੈ, ਐਗਰੋ ਬੇਸਡ ਇੰਡਸਟਰੀ ਦਾ ਕੀ ਆ, ਵੀ ਇਹਦੇ ਤੇ ਉਹਨਾਂ ਦਾ ਕੀ ਰੋਡ ਮੈਪ ਹੋਊਗਾ, ਕੀ ਕਰਨਗੇ, ਕਿਵੇਂ ਕਰਨਗੇ ਤੇ ਕਦੋਂ ਕਰਨਗੇ। ਇਸ ਤਰ੍ਹਾਂ ਦੀਆਂ ਚੀਜ਼ਾਂ। ਰਜਿੰਦਰ, ਤੁਸੀਂ ਸਾਂਝੇ ਮੁੱਦਿਆਂ ਦੀ ਗੱਲ ਕੀਤੀ ਹੈ। ਕੱਲ ਪਰਸੋਂ ਚੰਡੀਗੜ੍ਹ ਦੇ ਵਿੱਚ ਜੂਝਦਾ ਪੰਜਾਬ ਨਾਂ ਦੇ ਇੱਕ ਬੁੱਧੀਜੀਵੀ ਤੇ ਪੱਤਰਕਾਰ, ਲੇਖਕਾਂ ਤੇ ਦਾਨਸ਼ਵਰਾਂ ਦੇ ਫੋਰਮ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਮੁੱਦੇ ਉਭਾਰੇ ਨੇ। ਕੀ ਉਹ ਮੁੱਦੇ ਜਿਹੜੇ ਹੈਗੇ ਨੇ, ਜਿਵੇਂ ਤੁਸੀਂ ਕਹਿ ਰਹੇ ਹੋ, ਉਹਨਾਂ ਦਾ ਕੋਈ ਆਧਾਰ ਬਣ ਸਕਦਾ? ਨਹੀਂ, ਮੈਂ ਜ਼ਿਆਦਾ ਵੇਖਿਆ ਨਹੀਂ ਉਹ ਕੀ ਉਹਨਾਂ ਨੇ ਕੀ ਕੀਤਾ ਹੈਗਾ। ਉਹਦੇ 'ਚ ਕੁਛ ਕੁ ਬੰਦੇ ਤਾਂ ਜਿਹੜੇ ਕਦੇ ਮੋਰਚੇ ਦੇ ਬਿਰਤਾਂਤ ਨਾਲ ਸਹਿਮਤ ਨਹੀਂ ਸੀਗੇ, ਉਹਦੇ ਇੱਕ ਦੋ ਕਲਾਕਾਰ ਇਹੋ ਜਿਹੇ ਵੀ ਸੀਗੇ। ਬਿਲਕੁਲ, ਇਸ ਕਰਕੇ ਉਹਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ, ਉਹ ਕੀ ਕਰਦੇ ਕੀ ਨਹੀਂ ਕਰਦੇਗੇ। ਇਸ ਕਰਕੇ ਕੋਈ ਹਫ਼ਤੇ ਤੱਕ ਸਾਰੀ ਸਥਿਤੀ ਜਿਹੜੀ ਆ ਕਲੀਅਰ ਹੋ ਜੂ। ਰਜਿੰਦਰ, ਇੱਕ ਹੋਰ ਨਵਾਂ ਵਿਚਾਰ ਪੰਜਾਬ 'ਚ ਉੱਭਰ ਰਿਹਾ ਕਿਸਾਨਾਂ ਦੇ ਸੰਦਰਭ ਦੇ ਵਿੱਚ ਕਿ ਕਿਸਾਨਾਂ ਨੂੰ ਐਜ ਏ ਪ੍ਰੈਸ਼ਰ ਗਰੁੱਪ ਹੀ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ। ਜਿਵੇਂ ਦਿੱਲੀ ਦੇ ਵਿੱਚ ਜਿਹੜੀ ਮਤਵਾਜੀ ਕਿਸਾਨ ਸੰਸਦ ਕਰਕੇ ਇੱਕ ਨਵੀਂ ਫਿਰਤ ਇਕੱਲੇ ਮੁਲਕ 'ਚ ਨਹੀਂ, ਵਿਸ਼ਵ ਭਰ ਵਿੱਚ ਪਾਈ ਹੈ। ਕੀ ਪੰਜਾਬ ਦੇ ਵਿੱਚ ਵੀ ਮਤਵਾਜੀ ਅਸੈਂਬਲੀ ਖੜੇ ਕਰਨ ਦੇ ਖੜਨ ਵਾਧੇ ਹੋਏ 117 ਜਿਹੜੇ ਨੁਮਾਇੰਦੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਕਿਸਾਨ ਨੁਮਾਇੰਦੇ ਚੁਣ ਕੇ ਕੋਈ ਮਤਵਾਜੀ ਅਸੈਂਬਲੀ ਕੋਈ ਕਾਇਮ ਕੀਤੀ ਜਾ ਸਕਦੀ? ਕੋਈ ਇਹੋ ਜਿਹਾ ਮਾਡਲ ਆ ਸਕਦਾ ਜਿਹੜਾ ਪ੍ਰੈਸ਼ਰ ਰੂਪ ਦੇ ਵਿੱਚ ਕੰਮ ਕਰੇ ਪੰਜਾਬ 'ਚ? ਦੇਖੋ, ਸਾਰੀਆਂ ਗੱਲਾਂ ਹੀ ਚਰਚਾ ਦੇ ਵਿੱਚ ਨੇ, ਪਰ ਇਹ ਤੁਹਾਨੂੰ ਮੈਂ ਕਹਿ ਰਿਹਾ ਵੀ ਹਫ਼ਤੇ ਤੱਕ ਸਾਰੀ ਸਥਿਤੀ ਕਲੀਅਰ ਹੋ ਜੂ। ਉਸ ਤੋਂ ਪਹਿਲਾਂ 1-2 ਵਾਰੀ ਅਸੀਂ ਮਿਲਣਾ ਸਾਰੀਆਂ ਜਥੇਬੰਦੀਆਂ ਨੇ ਤੇ ਕੋਸ਼ਿਸ਼ ਕਰਾਂਗੇ ਉਹ 'ਚ ਕੋਈ ਸਾਂਝੀ ਰਾਏ ਜਿਹੜੀ ਹੈਗੀ ਬਣ ਸਕੇ। ਹਫ਼ਤੇ ਤੱਕ ਸਾਰੀ ਤਸਵੀਰ ਜਿਹੜੀ ਆ ਉਹ ਸਪਸ਼ਟ ਹੋ ਕੇ ਸਾਰੇ ਲੋਕਾਂ ਦੇ ਸਾਹਮਣੇ ਆ ਜਾਊ ਵੀ ਕਿਸਾਨ ਜਥੇਬੰਦੀਆਂ ਇਹਦੇ ਤੇ ਕੋਈ ਸਾਂਝਾ ਰੁਖ ਲੈਣ 'ਚ ਕਾਮਯਾਬ ਹੁੰਦੀਆਂ ਨੇ ਜਾਂ ਅਲੱਗ-ਅਲੱਗ ਚੱਲਦੀਆਂ। ਪੰਜਾਬ ਦੇ, ਕਿਉਂਕਿ ਦਿੱਲੀ 'ਚ ਆਪਾਂ ਵਾਪਸ ਆ ਗਏ ਆ, ਪੰਜਾਬ ਦੇ ਵਿੱਚ ਵੀ ਧਰਨੇ ਜਿਹੜੇ ਹੈਗੇ ਚੁੱਕੇ ਜਾ ਰਹੇ ਨੇ। ਰਿਲਾਇੰਸ ਟੋਲ ਪਲਾਜ਼ੇ ਜਾਂ ਅਡਾਨੀ ਅੰਬਾਨੀਆਂ ਦੇ ਜਿਹੜੇ ਕਾਰੋਬਾਰਾਂ ਦਾ ਉੱਤੇ ਘਰਾਓ ਕੀਤਾ ਸੀ, ਉਹ ਵੀ ਘਰਾਓ ਖਤਮ ਕੀਤੇ ਜਾ ਰਹੇ ਨੇ।
ਕੀ ਇਹ ਸਮਝ ਲਿਆ ਜਾਵੇ ਕਿ ਹੁਣ ਕਾਰਪੋਰੇਟ ਹਾਊਸੇਜ ਨਾ ਪ੍ਰਤੀ ਸਾਡਾ ਵਤੀਰਾ ਬਦਲ ਗਿਆ, ਜਾਂ ਸਾਡੀ ਉਹਨਾਂ ਪ੍ਰਤੀ ਲੜਾਈ ਚੇਂਜ ਹੋ ਗਈ ਹੈ, ਖਤਮ ਹੋ ਗਈ ਹੈ? ਨਹੀਂ, ਇਸ ਤਰ੍ਹਾਂ ਨਹੀਂ, ਨਾ ਵਤੀਰਾ ਬਦਲਿਆ ਨਾ ਲੜਾਈ ਖਤਮ ਹੋਈ ਆ। ਇਹ ਤਾਂ ਸੰਘਰਸ਼ ਦਾ ਇੱਕ ਪੜਾਅ ਸੀਗਾ ਜਿਹੜਾ ਸਾਰਫ ਹੋ ਗਿਆ, ਜਿਹਨੇ ਕਾਰਪੋਰੇਟ ਦੇ ਖਿਲਾਫ ਇੱਕ ਜਿਹੜੀ ਚੇਤਨਾ ਉਹ ਪੈਦਾ ਕੀਤੀ ਹੈ। ਇਹਨੂੰ ਚੇਤਨਾ ਨੂੰ ਹੋਰ ਵਧਾਉਣ ਦੀ ਲੋੜ ਆ, ਤੇ ਇਹਨੂੰ ਇੱਕ ਪਦਾਰਥਕ ਸ਼ਕਤੀ 'ਚ ਵਿਚਾਰ ਦੇ ਵਜੋਂ ਬਦਲਣ ਦੀ ਜ਼ਰੂਰਤ ਆ, ਤਾਂ ਕਿ ਸਮੁੱਚੀ ਜਿਹੜੀ ਕਾਰਪੋਰੇਟ ਦੀ ਦਖਲਅੰਦਾਜ਼ੀ ਆ ਉਹ ਸਾਡੇ ਸਿਹਤ ਦੇ ਖੇਤਰ 'ਚ ਆ, ਸਿੱਖਿਆ ਦੇ ਖੇਤਰ 'ਚ ਆ, ਜ਼ਿੰਦਗੀ ਦੇ ਹੋਰ ਖੇਤਰਾਂ 'ਚ ਹੈਗੀ ਆ, ਉਹਨਾਂ ਸਾਰਿਆਂ 'ਚੋਂ ਕਾਰਪੋਰੇਟ ਨੂੰ ਜਿਹੜਾ ਬਾਹਰ ਉਹ ਕੱਢਿਆ ਜਾ ਸਕੇ। ਇਹ ਆਉਣ ਵਾਲੇ ਸਮੇਂ ਚੱਲੂਗਾ। ਸਿਰਫ ਇੱਕ ਪੜਾਅ ਸੀ ਜਿਹੜਾ ਸਰਫ ਹੋ ਗਿਆ। ਇਹਦਾ ਕੋਈ ਵਿਕਲਪ ਤੁਹਾਡੇ ਦਿਮਾਗ 'ਚ ਹੋਵੇ, ਤੁਹਾਡੀ ਨੀਤੀ 'ਚ ਹੋਵੇ ਕੋਈ ਵਿਕਲਪ, ਕਾਰਪੋਰੇਟ ਹਾਊਸਿੰਗ ਦੇ ਪ੍ਰੋਡਕਟ ਦਾ ਬਾਈਕਾਟ ਦਾ ਕੋਈ ਵਿਕਲਪ? ਦੇਖੋ, ਇਹ ਸਹੀਜੇ ਨੇ ਚੀਜ਼ਾਂ ਜੀ। ਹਜੇ ਤੱਕ ਤਾਂ ਕਾਰਪੋਰੇਟ ਨੇ ਡੋਮੀਨੇਟ ਕੀਤਾ, ਤੋਂ ਇਹ ਇੱਕ ਪ੍ਰੋਸੈਸ ਆ। ਇੱਕੋ ਮੂਵਮੈਂਟ ਦੇ ਨਾਲ ਤਾਂ ਇਸ ਮੂਵਮੈਂਟ ਦੇ ਨਾਲ ਤਾਂ ਕੁਝ ਚੇਤਨਾ ਆਈ ਹੈਗੀ ਆ। ਉਹ ਚੀਜ਼ਾਂ ਬਦਲਣ 'ਚ ਜਿਹੜਾ ਸਮਾਂ ਲੱਗੂਗਾ, ਪ੍ਰੋਸੈਸ ਜਿਹੜਾ ਸ਼ੁਰੂ ਹੋਇਆ, ਅਸੀਂ ਓਵਰਨਾਈਟ ਵੱਡੇ ਨਤੀਜਿਆਂ ਦੀ ਆਸ ਜਿਹੜੀ ਨਹੀਂ ਕਰ ਸਕਦੇ। ਇੱਕ ਕਨਕਲੂਡਿੰਗ ਸਵਾਲ, ਆਖਰੀ ਸਵਾਲ ਮੈਂ ਕਰਕੇ ਫਿਰ ਆਪਾਂ ਸਾਰੀ ਗੱਲਬਾਤ ਨੂੰ ਕਨਕਲੂਡ ਕਰਾਂਗੇ। ਟੋਲ ਪਲਾਜ਼ਾ ਦਾ ਮਸਲਾ ਕਾਫੀ ਭਖਿਆ ਹੋਇਆ। ਪਿਛਲੇ ਸਮਿਆਂ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਿਆ, ਟੋਲ ਪਲਾਜ਼ੇ ਫ੍ਰੀ ਕੀਤੇ ਗਏ ਸੀ। ਹੁਣ ਸਰਕਾਰ ਟੋਲ ਪਲਾਜ਼ੇ ਦੁਬਾਰਾ ਸ਼ੁਰੂ ਕਰ ਰਹੀ ਹੈ। ਹਾਲਾਂਕਿ ਟੋਲ ਪਲਾਜ਼ਾ ਬਾਰੇ ਇਹ ਵੀ ਹੈ ਕਿ ਜਦੋਂ ਅਸੀਂ ਕੋਈ ਵਹੀਕਲ ਖਰੀਦਦੇ ਹਾਂ 6 ਤੋਂ 8% ਅਸੀਂ ਰੋਡ ਟੈਕਸ ਦਿੰਦੇ ਹਾਂ, ਫਿਰ ਵੀ ਟੋਲ ਪਲਾਜ਼ੇ ਲੱਗੇ ਹੋਏ ਨੇ, ਤੇ ਟੋਲ ਪਲਾਜ਼ਿਆਂ ਦੀ ਦਰਾਂ ਵੀ ਜਿਹੜੀਆਂ ਹੈਗੀਆਂ ਕਾਫੀ ਹੁਣ ਵਧਾ ਦਿੱਤੀਆਂ ਨੇ। ਕਿ ਦੋ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂ, ਮੈਂ ਉਹ ਕਹਿ ਰਿਹਾ ਵੀ ਇਹਦੇ ਤੇ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੇ ਟੋਲ ਤੋਂ ਧਰਨੇ ਜਿਹੜੇ ਨਹੀਂ ਚੱਕੇ ਗਏ, ਤੋਂ ਇਹ ਪਿਕਚਰ ਜਿਹੜੀ ਕਲੀਅਰ ਹੋ ਜੀ। ਬਹੁਤ ਸਾਰੀਆਂ ਥਾਵਾਂ ਤੋਂ ਗੱਲ ਆ ਰਹੀ ਕਿ ਸਿਰਫ 5 ਰੁਪਏ ਵਧੇ ਆ, ਜਿਹੜੇ ਹਰ ਸਾਲ ਉਹ ਵਧਾਉਂਦੇ ਹੈਗੇ ਆ ਜੀ। ਤੋਂ 5-4 ਰੁਪਏ ਪਿੱਛੇ ਤੱਕ ਕੋਈ ਉਹਦਾ ਲੜਾਈ ਦੀ ਕੀ ਤੁੱਕ ਬਣਨੀ ਹੈਗੀ ਆ। ਤੇ ਜਿਹੜਾ ਇਹ ਕਿਆ ਕੁਛ ਥਾਵਾਂ ਤੇ ਵੀ ਦੁੱਗਣੇ ਹੋ ਗਏ ਆ, ਉਹ ਦੁੱਗਣੇ ਵਾਲੀ ਗੱਲ ਹਜੇ ਤੱਕ ਸਾਹਮਣੇ ਨਹੀਂ ਆਏਗੀ। ਤੋਂ ਅਸੀਂ ਦੇਖ ਰਹੇ ਹਾਂ ਵੀ ਜੇ ਤਾਂ ਹੁਣ ਜਿੱਥੋਂ ਤੱਕ ਦੂਜਾ ਨੀਤੀ ਵਾਲੇ ਮਾਮਲੇ ਦਾ ਸਵਾਲ ਆ, ਟੋਲ ਪਲਾਜ਼ਿਆਂ ਦੀ ਕੋਈ ਤੁੱਕ ਨਹੀਂ ਬਣਦੀਗੀ। ਇਹਦੇ ਤੇ ਸਮੁੱਚੇ ਲੋਕ ਜਿਹੜੇ ਵਹੀਕਲ ਚਲਾਉਂਦੇ ਹੈਗੇ, ਇਹਦੇ ਚਾਹੀਦਾ ਵੀ ਇਸ ਮਾਮਲਿਆਂ ਤੇ ਕਿ ਟੋਲ ਪਲਾਜ਼ੇ ਹੋਣ ਹੀ ਨਾ। ਇਸ ਤਰ੍ਹਾਂ ਦੀ ਵੀ ਮੂਵਮੈਂਟ ਦੀ ਜਿਹੜੀ ਜ਼ਰੂਰਤ ਹੈਗੀ ਆ, ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆਜ਼ਾਦ ਮੁਲਕ ਆ, ਦੂਜੇ ਪਾਸੇ ਮੁਲਕ 'ਚ ਤੁਰਨ ਫਿਰਨ ਦੇ ਵੀ ਪੈਸੇ ਲਈ ਜਾਂਦੇ ਹੋ। ਪਹਿਲਾਂ ਵਹੀਕਲ ਜਦੋਂ ਖਰੀਦਦੇ ਆ ਉਦੋਂ ਤੁਸੀਂ ਟੈਕਸ ਕੱਟ ਲੈਂਦੇ ਹੋ, ਫਿਰ ਸੜਕ ਤੇ ਤੁਰਨ ਲੱਗਿਆ ਜਿਹੜਾ ਹਰ ਰੋਜ਼ ਦੇ ਪੈਸੇ ਲੈਂਦੇ ਹੋ। ਤੋਂ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਵਾਜਬ ਨਹੀਂ ਹੈਗਾ। ਮੈਂ ਅੱਗੇ ਗੱਲ ਕੀਤੀ ਸੀ ਵੀ ਕਾਰਪੋਰੇਟ ਦੀ ਜਿਹੜੀ ਲੁੱਟ ਆ ਜ਼ਿੰਦਗੀ ਦੇ ਹਰ ਖੇਤਰ 'ਚ, ਉਹਦੇ ਖਿਲਾਫ ਇਸ ਅੰਦੋਲਨ ਨੇ ਇੱਕ ਜਿਹੜੀ ਚੇਤਨਾ ਪੈਦਾ ਕੀਤੀ ਆ, ਜਿਹੜੀ ਕਿ ਹੌਲੀ ਹੌਲੀ ਪਦਾਰਥਕ ਸ਼ਕਤੀ ਦਾ ਰੂਪ ਲਊਗੀ ਤੇ ਸਾਰੀ ਲੁੱਟ ਨੂੰ ਜਿਹੜੀ ਬੰਦ ਕਰਾਉਣ ਦੇ ਪਾਸੇ ਵੀ ਵਧੂ। ਰਜਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਾਂ ਚਰਚਾ ਕੀਤੀ ਹੈ। ਹਾਲਾਂਕਿ ਆਪਾਂ ਖੇਤ ਮਜ਼ਦੂਰਾਂ ਦੇ ਆਗੂ ਤਰਸੇਮ ਪੀਟਰ ਨੂੰ ਵੀ ਨਾਲ ਜੋੜ ਕੇ ਉਹਨਾਂ ਨੂੰ ਵੀ ਇਸ ਚਰਚਾ ਦਾ ਭਾਗੀਦਾਰ ਬਣਾਉਣ ਦਾ ਯਤਨ ਕੀਤਾ, ਪਰ ਕਿਤੇ ਨਾ ਕਿਤੇ ਕਨੈਕਟੀਵਿਟੀ ਦੀ ਪ੍ਰੋਬਲਮ ਕਰਕੇ ਉਹ ਸਾਡੇ ਨਾਲ ਜੁੜ ਨਹੀਂ ਸਕੇ। ਅਸੀਂ ਕਿਸੇ ਫੇਰ ਸਮੇਂ ਤੇ ਉਹਨਾਂ ਨੂੰ ਜੋੜ ਕੇ ਉਹਨਾਂ ਨਾਲ ਜੁੜੇ ਮੁੱਦਿਆਂ ਤੇ ਵੀ ਚਰਚਾ ਕਰਾਂਗੇ। ਰਜਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ, ਸ਼ੁਕਰੀਆ। ਪੀਟਰ ਸਾਹਿਬ, ਤੁਹਾਡਾ ਵੀ ਸ਼ੁਕਰੀਆ, ਔਰ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ। ਤੁਸੀਂ ਇਸ ਸਾਰੀ ਗੱਲਬਾਤ ਨੂੰ ਸੁਣਿਆ, ਔਰ ਕਿਸਾਨਾਂ ਦੀ ਵੱਖ-ਵੱਖ ਇਹਨਾਂ ਮੁੱਦਿਆਂ ਦੇ ਉੱਤੇ ਕੀ ਸਮਝ ਹੈ ਉਹ ਤਾਂ ਤੁਸੀਂ ਜਾਣੂ ਹੋਏ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਮੁੱਦਿਆਂ ਤੇ ਹੋਰ ਅੱਗੇ ਵੀ ਚਰਚਾ ਕਰਦੇ ਰਵਾਂਗੇ। ਤੁਹਾਡਾ ਸਹਿਯੋਗ ਸਾਨੂੰ ਮਿਲਦਾ ਰਹੇਗਾ, ਇਹ ਸਾਨੂੰ ਉਮੀਦ ਹੈ। ਫਿਲਹਾਲ ਇੰਨਾ ਹੀ, ਇਜਾਜ਼ਤ ਦਿਵੋ, ਫਿਰ ਮਿਲਾਂਗਾ ਕਿਸੇ ਹੋਰ ਮੁੱਦੇ ਨੂੰ ਲੈ ਕੇ। ਸਤਿ ਸ੍ਰੀ ਅਕਾਲ, ਆਦਾਬ ਵਰਜੇ। ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ। ਧੰਨਵਾਦ।